ਤੁਸੀਂ ਆਮ ਤੌਰ ਤੇ ਸੁਣਿਆ ਹੋਣਾ ਕਿ ਕਿਸੇ ਵੀ ਅਸੀਂ ਵੱਡੇ ਮੀਟਿੰਗਾਂ ਜਾਂ ਵਰਕਸ਼ਾਪਸ ਤੇ ਜਾਂਦੇ ਹਾਂ, ਉੱਥੇ ਇਹੀ ਗੱਲ ਕੀਤੀ ਜਾਂਦੀ ਹੈ ਕਿ ਜਿਹੜੇ ਕਿਸਾਨ ਵੀਰ ਸਾਡੇ ਕਣਕ ਝੋਨਾ ਕਰਦੇ ਨੇ, ਰਿਵਾਇਤੀ ਸਾਡੀਆਂ ਫਸਲੀ ਚੱਕਰ ਨੇ, ਹੈ ਨਾ, ਵੀ ਇਹਨਾਂ ਤੋਂ ਅਸੀਂ ਕਿਸਾਨ ਦੀ ਇਨਕਮ ਕਿਵੇਂ ਵਧਾਉਣੀ ਹੈਗੀ ਹੈ। ਔਰ ਮੱਛੀ ਪਾਲਣ ਇੱਕ ਐਸਾ ਧੰਦਾ ਹੈ ਕਿ ਜਿਹੜਾ ਬਹੁਤ ਹੀ ਆਸਾਨੀ ਨਾਲ ਅਪਣਾਇਆ ਜਾ ਸਕਦਾ ਹੈ। ਜਿਵੇਂ ਸਾਡੇ ਕੋਲ ਛੋਟੇ ਪੱਧਰ ਦੇ ਕਿਸਾਨ ਵੀਰ ਹੁੰਦੇ ਆ, ਮੱਧਮ ਵਰਗ ਦੇ ਹੁੰਦੇ ਆ, ਜਾਂ ਪ੍ਰੋਗਰੈਸਿਵ ਫਾਰਮਰ ਹੁੰਦੇ ਆ। ਹਰ ਫਾਰਮਰ ਨੂੰ ਆਪਾਂ ਜਦੋਂ ਇਸ ਕੈਟੇਗਰੀ 'ਚ ਵੰਡਦੇ ਆ, ਉਹਦਾ ਮੇਨ ਮਕਸਦ ਹੁੰਦਾ ਇਹ ਦੇਖਣਾ ਕਿ ਜਿਹਦੇ ਕੋਲ ਜਿੰਨੇ ਰਿਸੋਰਸਿਸ ਆ ਉਹਦੇ ਹਿਸਾਬ ਨਾਲ ਉਹਨੇ ਕੰਮ ਕਰਨਾ। ਜੇ ਆਪਾਂ ਗੱਲ ਕਰੀਏ ਕਿ ਕਿੰਨਾ ਕੁ ਮੁਨਾਫਾ ਹੋਏਗਾ, ਤੇ ਉਹ 1 ਸਾਲ ਦੇ ਵਿੱਚ ਤਕਰੀਬਨ 1.25 ਲੱਖ ਤੋਂ 1.5 ਲੱਖ ਉਹਨੂੰ ਸ਼ੁੱਧ ਮੁਨਾਫਾ ਹੋ ਜਾਂਦਾ ਖਰਚਾ ਕੱਢ ਕੇ। ਸੋ ਪੂਰਾ ਸਾਲ ਕੰਮ ਨਹੀਂ ਕਰਨਾ ਪੈਂਦਾ, 7-8 ਮਹੀਨੇ ਤੁਸੀਂ ਕੰਮ ਕਰੋ, ਤੇ ਉਹਦੇ ਵਿੱਚ ਜੇ ਅਸੀਂ 1 ਏਕੜ ਦੀ ਜਿਹੜੀ ਇਕਨੋਮਿਕਸ ਦੇਖੀਏ, ਤੇ ਉਹਦੇ ਵਿੱਚ ਤੁਸੀਂ ਆਰਾਮ ਨਾਲ 2.5 ਲੱਖ ਰੁਪਇਆ ਆਰਾਮ ਨਾਲ ਸ਼ੁੱਧ ਮੁਨਾਫਾ ਕਮਾ ਸਕਦੇ ਹੋ। ਜਿਵੇਂ ਆਪਾਂ ਹੋਰ ਜਾਨਵਰ ਦੇਖਦੇ ਹਾਂ, ਸੱਪ ਹੈ, ਡੱਡੂ ਹੈ, ਇਹ ਸਰਦੀਆਂ 'ਚ ਨਜ਼ਰ ਨਹੀਂ ਆਉਂਦੇ ਕਿਉਂਕਿ ਇਹਨਾਂ ਦਾ ਵੀ ਜਿਹੜਾ ਇਹ ਠੰਡੇ ਖੂਨ ਦੇ ਜੀਵ ਹੈ। ਇਸੇ ਤਰ੍ਹਾਂ ਮੱਛੀ ਵੀ ਹੈ। ਜਦੋਂ ਸਰਦੀਆਂ ਦਾ ਮੌਸਮ ਆਉਂਦਾ, ਇਹਦੀ ਗਤੀਵਿਧੀ ਘਟ ਜਾਂਦੀ ਹੈ, ਇਹ ਪਾਣੀ ਦੇ ਵਿੱਚ ਜ਼ਿਆਦਾ ਘੁੰਮਦੀ ਫਿਰਦੀ ਨਹੀਂ ਤੇ ਜ਼ਿਆਦਾ ਖੁਰਾਕ ਨਹੀਂ ਲੈਂਦੀ, ਸੋ ਇਹਦਾ ਵਾਧਾ ਵਿਕਾਸ ਘਟ ਜਾਂਦਾ ਹੈ। ਝੀਂਗਾ ਮੱਛੀ ਦੀ ਗੱਲ ਆ, ਉਹ ਪਗਾਸ ਮੱਛੀ ਹੈ ਜਾਂ ਕਿਹੜੀ ਹੈ, ਉਹ ਕਿਹੜੀ ਵੈਰਾਈਟੀ ਹੈ? ਨਹੀਂ ਜੀ, ਝੀਂਗਾ ਜਿਹੜਾ ਹੈ ਸ਼੍ਰਿੰਪ ਕੈਟਾਗਰੀ 'ਚ ਆਉਂਦਾ ਹੈਗਾ। ਇਹ ਮੱਛੀ ਨਹੀਂ ਹੁੰਦੀ, ਇੱਕ ਵੱਖਰੇ ਤਰ੍ਹਾਂ ਦਾ ਜਲ ਜੀਵ ਹੈਗਾ। ਪੰਗਾਸ ਮੱਛੀ ਨੂੰ ਤੁਸੀਂ ਖਾਓਗੇ ਤੁਹਾਨੂੰ ਲੱਗੇਗਾ ਕਿ ਮੈਂ ਥੋੜੀ ਜਿਹੀ ਖਾਧੀ ਹੈ, ਮੈਨੂੰ ਗਰਮੀ ਮਹਿਸੂਸ ਹੋਣ ਲੱਗ ਗਈ ਹੈ, ਕਿਉਂਕਿ ਉਹਦੇ 'ਚ ਤੇਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਫੀਡ ਮਿੱਲਾਂ ਲੈ ਲਓ, ਪ੍ਰੋਸੈਸਿੰਗ ਇੰਡਸਟਰੀ ਲੈ ਲਓ, ਫਾਰਮਾਸਿਊਟੀਕਲ ਇੰਡਸਟਰੀ ਲੈ ਲਓ, ਇਹ ਬਹੁਤ ਵੱਡਾ ਖੇਤਰ ਹੈ ਜਿਹਦੇ ਵਿੱਚ ਸਾਡੇ ਬੱਚੇ ਅਬਜ਼ੌਰਬ ਹੋ ਸਕਦੇ ਆ। ਬਟ ਸਾਡੇ ਬੱਚੇ ਜਿਹੜੇ ਆ ਉਹ ਕਹਿੰਦੇ ਜੇ ਨੌਕਰੀ ਕਰਨੀ ਪੰਜਾਬ 'ਚ ਹੀ ਕਰਨੀ ਹੈ, ਨਹੀਂ ਤਾਂ ਬਾਹਰ ਜਾ ਕੇ ਕੁਝ ਵੀ ਕਰ ਲਾਂਗੇ, ਉੱਥੇ ਭਾਵੇਂ ਛੋਟੀ ਤੋਂ ਛੋਟੀ ਜੌਬ ਕਰ ਲਾਂਗੇ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਮਨਜੋਤ ਮਾਜਰਾ ਤੁਹਾਡਾ ਸਵਾਗਤ ਕਰਦਾ ਹਾਂ। ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਿੱਚ ਇਸ ਵੇਲੇ ਮੌਜੂਦ ਹਾਂ। ਮੇਰੇ ਨਾਲ ਮੌਜੂਦ ਨੇ ਡੀਨ ਆਫ ਫਿਸ਼ਰੀਜ਼ ਕਾਲਜ ਡਾਕਟਰ ਮੀਰਾ ਅੰਸਲ ਜੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਮੱਛੀ ਪਾਲਣ ਜਿਹੜਾ ਵਾ ਕਿੰਨਾ ਕੁ ਸਹਾਇਕ ਧੰਦਾ ਵਾ ਖੇਤੀਬਾੜੀ ਦੇ ਧੰਦਿਆਂ ਦੇ ਨਾਲ ਨਾਲ। ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਕਰਦੇ ਹਾਂ ਸਾਡੇ ਚੈਨਲ ਤੇ ਸਾਨੂੰ ਟਾਈਮ ਦੇਣ ਲਈ। ਮੈਮ ਜਿਹੜਾ ਮੱਛੀ ਪਾਲਣਾ ਉਹ ਕਿੰਨਾ ਕੁ ਲਾਹੇਵੰਦ ਤੇ ਪ੍ਰਫੁੱਲਿਤ ਧੰਦਾ ਵਾ ਉਹ ਕਿਸਾਨੀ ਦੇ ਨਾਲ? ਹਾਂਜੀ, ਦੇਖੋ ਤੁਸੀਂ ਆਮ ਤੌਰ ਤੇ ਸੁਣਿਆ ਹੋਣਾ ਕਿ ਕਿਸੇ ਵੀ ਅਸੀਂ ਵੱਡੇ ਮੀਟਿੰਗਾਂ ਜਾਂ ਵਰਕਸ਼ਾਪਸ ਤੇ ਜਾਂਦੇ ਹਾਂ, ਉੱਥੇ ਇਹੀ ਗੱਲ ਕੀਤੀ ਜਾਂਦੀ ਹੈ ਕਿ ਜਿਹੜੇ ਕਿਸਾਨ ਵੀਰ ਸਾਡੇ ਕਣਕ ਝੋਨਾ ਕਰਦੇ ਨੇ, ਰਿਵਾਇਤੀ ਸਾਡੀਆਂ ਫਸਲੀ ਚੱਕਰ ਨੇ, ਹੈ ਨਾ, ਵੀ ਇਹਨਾਂ ਤੋਂ ਅਸੀਂ ਕਿਸਾਨ ਦੀ ਇਨਕਮ ਕਿਵੇਂ ਵਧਾਉਣੀ ਹੈਗੀ ਹੈ। ਤਾਂ ਕਿ ਅਸੀਂ ਚਾਹੁੰਦੇ ਹਾਂ ਕਿ ਰਿਵਾਇਤੀ ਜਿਹੜੀ ਉਹਨਾਂ ਦੇ ਕ੍ਰੌਪਿੰਗ ਪੈਟਰਨ ਹੈਗਾ, ਉਹਦੇ ਤੋਂ ਹਟ ਕੇ ਉਹ ਡਾਇਵਰਸੀਫਾਈ ਕਰਨ, ਯਾਨੀ ਕਿ ਵਿਭਿੰਨਤਾ ਲਿਆਉਣ। ਸੇ ਜਦੋਂ ਅਸੀਂ ਵਿਭਿੰਨਤਾ ਦੀ ਗੱਲ ਕਰਦੇ ਹਾਂ, ਤਾਂ ਫਿਰ ਸਾਡੇ ਕੋਲ ਬੜੇ ਸਾਰੇ ਕਿੱਤੇ ਨੇ ਜਿਹੜੇ ਪਸ਼ੂ ਪਾਲਣ ਨਾਲ ਸੰਬੰਧਿਤ ਨੇ, ਚਾਹੇ ਡੇਅਰੀ ਫਾਰਮਿੰਗ ਦੀ ਜਿਵੇਂ ਤੁਸੀਂ ਗੱਲ ਕਰ ਲਓ, ਹੈ ਨਾ, ਪੋਲਟਰੀ ਫਾਰਮਿੰਗ ਹੈ, ਪਿਗ ਫਾਰਮਿੰਗ ਹੈ ਨਾ, ਇਹ ਸਾਰੀਆਂ ਚੀਜ਼ਾਂ ਹੈਗੀਆਂ। ਅੱਜ ਕੱਲ੍ਹ ਲੋਕੀ ਬੱਕਰੀਆਂ ਵੀ ਪਾਲ ਰਹੇ ਨੇ, ਭੇਡਾਂ ਵੀ ਪਾਲ ਰਹੇ ਨੇ। ਇਹਦੇ ਨਾਲ ਨਾਲ ਹੀ ਇੱਕ ਮੱਛੀ ਪਾਲਣ ਦਾ ਵੀ ਧੰਦਾ ਹੈਗਾ। ਔਰ ਮੱਛੀ ਪਾਲਣ ਇੱਕ ਐਸਾ ਧੰਦਾ ਹੈ ਕਿ ਜਿਹੜਾ ਬਹੁਤ ਹੀ ਆਸਾਨੀ ਨਾਲ ਅਪਣਾਇਆ ਜਾ ਸਕਦਾ ਹੈ ਮੁੱਢਲੀ ਟ੍ਰੇਨਿੰਗ ਲੈ ਕੇ। ਔਰ ਇਹਦੇ ਵਿੱਚ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਅੱਜ ਦੀ ਡੇਟ ਦੇ ਵਿੱਚ ਤਕਰੀਬਨ 45,000 ਏਕੜ ਜਿਹੜੀ ਜ਼ਮੀਨ ਆ ਉਹ ਮੱਛੀ ਪਾਲਣ ਅਧੀਨ ਹੈਗੀ ਹੈ। ਤੇ ਜੇ ਤੁਸੀਂ ਕਹੀਏ ਵੀ ਕਿੰਨਾ ਕੁ ਫਾਇਦਾ ਹੁੰਦਾ ਕਿਸਾਨ ਨੂੰ ਜੋ ਮੱਛੀ ਪਾਲਣ ਕਰਦਾ ਹੈਗਾ, ਤੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਕਈ ਤਰ੍ਹਾਂ ਦੇ ਟੈਕਨੋਲੋਜੀਜ਼ ਹੈਗੀਆਂ। ਜਿਵੇਂ ਸਾਡੇ ਕੋਲ ਛੋਟੇ ਪੱਧਰ ਦੇ ਕਿਸਾਨ ਵੀਰ ਹੁੰਦੇ ਆ, ਮੱਧਮ ਵਰਗ ਦੇ ਹੁੰਦੇ ਆ, ਜਾਂ ਪ੍ਰੋਗਰੈਸਿਵ ਫਾਰਮਰ ਹੁੰਦੇ ਆ। ਹਰ ਫਾਰਮਰ ਨੂੰ ਆਪਾਂ ਜਦੋਂ ਇਸ ਕੈਟੇਗਰੀ 'ਚ ਵੰਡਦੇ ਹਾਂ, ਉਹਦਾ ਮੇਨ ਮਕਸਦ ਹੁੰਦਾ ਇਹ ਦੇਖਣਾ ਕਿ ਜਿਹਦੇ ਕੋਲ ਜਿੰਨੇ ਰਿਸੋਰਸਿਸ ਆ ਉਹਦੇ ਹਿਸਾਬ ਨਾਲ ਉਹਨੇ ਕੰਮ ਕਰਨਾ। ਜਿਹਦੇ ਕੋਲ ਘੱਟ ਪੈਸਾ ਹੈਗਾ ਉਹ ਛੋਟਾ ਕੰਮ ਕਰ ਲੈਂਦਾ, ਉਸ ਤੋਂ ਜ਼ਿਆਦਾ ਹੈਗਾ ਉਸ ਤੋਂ ਵੱਡਾ। ਸੋ ਸਾਡੇ ਕੋਲ ਹਰ ਪੱਧਰ ਦੀਆਂ ਟੈਕਨੋਲੋਜੀਜ਼ ਹੈਗੀਆਂ। ਕਿੰਨੇ ਕੁ ਦਿਨਾਂ ਦੀ ਮੈਮ ਇਹ ਟ੍ਰੇਨਿੰਗ ਆ ਜਿਹੜੀ ਕਿਸਾਨ ਵੀਰ ਲੈ ਸਕਦੇ ਆ, ਜਾਂ ਕਿਸਾਨੀ ਤੋਂ ਹਟ ਕੇ ਵੀ ਕੋਈ ਜੇ ਮੱਛੀ ਪਾਲਣ ਧੰਦਾ ਕਰਨਾ ਚਾਹਵੇ ਕਰ ਸਕਦਾ? ਹਾਂਜੀ, ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਬੰਦਾ ਕਿਸਾਨੀ ਹੈ, ਫਸਲਾਂ ਉਗਾ ਰਿਹਾ ਹੈਗਾ, ਉਹ ਵੀ ਕੁਝ ਰਕਬਾ ਜਿਹੜਾ ਮੱਛੀ ਪਾਲਣ ਅਧੀਨ ਲਿਆ ਸਕਦਾ ਹੈ। ਉਹ ਰਿਵਾਇਤੀ ਤੌਰ 'ਤੇ ਜਿਹੜੀਆਂ ਅਸੀਂ ਮੱਛਲੀਆਂ ਪਾਲਦੇ ਹੈਗੇ, ਜਿਨ੍ਹਾਂ ਨੂੰ ਅਸੀਂ ਕਾਰਪ ਮੱਛੀ ਕਹਿੰਦੇ ਹੈਗੇ, ਜੇ ਉਹ ਆਪਣੇ ਸਪੋਜ਼ ਕਰੋ ਕਿਸੇ ਕੋਲ 5 ਏਕੜ ਜ਼ਮੀਨ ਹੈਗੀ ਆ, ਉਹ ਕਹਿੰਦਾ ਮੈਂ 1 ਏਕੜ ਦੇ ਵਿੱਚ ਮੱਛੀ ਪਾਲਣ ਕਰ ਲੈਣਾ, ਕਾਰਪ ਮੱਛੀਆਂ ਜੋ ਪਾਲਦਾ ਹੈਗਾ, ਤੇ ਪੂਰਾ ਸਾਲ ਉਹਦੀ ਅਸੀਂ ਫਸਲ ਜਿਹੜੀ ਉਹ ਲੈ ਸਕਦੇ ਹੈਗੇ ਆ। ਤੇ ਉਹਦੇ 'ਚੋਂ ਜੇ ਆਪਾਂ ਗੱਲ ਕਰੀਏ ਕਿ ਕਿੰਨਾ ਕੁ ਮੁਨਾਫਾ ਹੋਏਗਾ, ਤੇ ਉਹ 1 ਸਾਲ ਦੇ ਵਿੱਚ ਤਕਰੀਬਨ 1.25 ਲੱਖ ਤੋਂ 1.5 ਲੱਖ ਉਹਨੂੰ ਸ਼ੁੱਧ ਮੁਨਾਫਾ ਹੋ ਜਾਂਦਾ ਖਰਚਾ ਕੱਢ ਕੇ। ਬਚਤ ਜਿਹੜੀ ਆ 1.25 ਲੱਖ ਬੜੇ ਆਰਾਮ ਨਾਲ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਜਿਹੜੀ ਮੈਂ ਇੱਕ ਹੋਰ ਗੱਲ ਕੀਤੀ ਸੀ ਕਿ ਜੇ ਇਸ ਤੋਂ ਉੱਪਰ ਜਾਣਾ ਹੈਗਾ, ਵੀ ਹੋਰ ਵਧੀਆ ਤਕਨੀਕ ਅਪਣਾਉਣੀ ਹੈ, ਤੇ ਇੱਕ ਸਾਡੇ ਕੋਲ ਹੋਰ ਕਿਸਮ ਹੈਗੀ, ਉਹਨੂੰ ਅਸੀਂ ਪੰਗਾਸ ਮੱਛੀ ਕਹਿੰਦੇ ਹਾਂ। ਉਹਦੀ ਵੀ ਤੁਸੀਂ ਫਾਰਮਿੰਗ ਕਰ ਸਕਦੇ ਹੋ। ਉਹਦੀ ਜਿਹੜੀ ਫਸਲ ਪੰਜਾਬ ਦੇ ਵਿੱਚ ਹੈਗੀ ਉਹ 7-8 ਮਹੀਨੇ ਦੀ ਹੁੰਦੀ ਹੈ, ਗਰਮੀਆਂ ਦੇ ਮਹੀਨਿਆਂ ਦੇ ਦੌਰਾਨ। ਸੋ ਪੂਰਾ ਸਾਲ ਕੰਮ ਨਹੀਂ ਕਰਨਾ ਪੈਂਦਾ, 7-8 ਮਹੀਨੇ ਤੁਸੀਂ ਕੰਮ ਕਰੋ। ਤੇ ਉਹਦੇ ਵਿੱਚ ਜੇ ਅਸੀਂ 1 ਏਕੜ ਦੀ ਜਿਹੜੀ ਇਕਨੋਮਿਕਸ ਦੇਖੀਏ, ਤੇ ਉਹਦੇ ਵਿੱਚ ਤੁਸੀਂ ਆਰਾਮ ਨਾਲ 2.5 ਲੱਖ ਰੁਪਇਆ ਆਰਾਮ ਨਾਲ ਸ਼ੁੱਧ ਮੁਨਾਫਾ ਕਮਾ ਸਕਦੇ ਹੋ। ਜ਼ਿਆਦਾ ਕਿਹੜੇ ਮੌਸਮ ਦੇ ਵਿੱਚ ਮੱਛੀਆਂ ਵਧੀਆ ਰਹਿੰਦੀਆਂ ਨੇ, ਸਰਦੀਆਂ ਦੇ ਵਿੱਚ ਜਾਂ ਗਰਮੀਆਂ ਦੇ ਵਿੱਚ? ਨਹੀਂ, ਇਹਨਾਂ ਦਾ ਜਿਹੜਾ ਵਾਧਾ ਵਿਕਾਸ ਹੁੰਦਾ ਉਹ ਗਰਮੀਆਂ ਦੇ ਮਹੀਨੇ ਵਿੱਚ ਹੁੰਦਾ ਹੈ। ਹਾਂਜੀ, ਸਰਦੀਆਂ ਦੇ ਮਹੀਨੇ ਵਿੱਚ ਜਿਹੜੀ ਹੈ ਮੱਛੀ ਆ ਉਹ ਖਾਣਾ ਪੀਣਾ ਘਟਾ ਦਿੰਦੀ ਹੈ, ਕਿਉਂਕਿ ਜਿਹੜੀ ਮੱਛੀ ਹੈਗੀ ਹੈ ਇਹ ਠੰਡੇ ਖੂਨ ਦਾ ਜੀਵ ਹੈ। ਇਹਦੇ ਸਰੀਰ ਦਾ ਤਾਪਮਾਨ ਵਾਤਾਵਰਨ ਦੇ ਤਾਪਮਾਨ ਦੇ ਹਿਸਾਬ ਨਾਲ ਹੀ ਘਟਣਾ ਹੈ।
ਠੀਕ ਹੈ ਨਾ। ਜਿਵੇਂ ਆਪਾਂ ਹੋਰ ਜਾਨਵਰ ਦੇਖਦੇ ਹਾਂ, ਸੱਪ ਹੈ, ਡੱਡੂ ਹੈ, ਇਹ ਸਰਦੀਆਂ 'ਚ ਨਜ਼ਰ ਨਹੀਂ ਆਉਂਦੇ ਜੀ। ਕਿਉਂਕਿ ਇਹਨਾਂ ਦਾ ਵੀ ਜਿਹੜਾ ਇਹ ਠੰਡੇ ਖੂਨ ਦੇ ਜੀਵ ਹੈ। ਇਸੇ ਤਰ੍ਹਾਂ ਮੱਛੀ ਵੀ ਹੈ। ਸੋ ਇਹ ਜਦੋਂ ਸਰਦੀਆਂ ਦਾ ਮੌਸਮ ਆਉਂਦਾ, ਇਹਦੀ ਗਤੀਵਿਧੀ ਘਟ ਜਾਂਦੀ ਹੈ। ਇਹ ਪਾਣੀ ਦੇ ਵਿੱਚ ਜ਼ਿਆਦਾ ਘੁੰਮਦੀ ਫਿਰਦੀ ਨਹੀਂ ਤੇ ਜ਼ਿਆਦਾ ਖੁਰਾਕ ਨਹੀਂ ਲੈਂਦੀ, ਸੋ ਇਹਦਾ ਵਾਧਾ ਵਿਕਾਸ ਘਟ ਜਾਂਦਾ ਹੈ। ਸੋ ਜੇ ਆਪਾਂ ਗੱਲ ਕਰੀਏ ਕਿ ਕਿਹੜਾ ਮੌਸਮ ਇਹਦੇ ਲਈ ਵਧੀਆ ਹੈ, ਤਾਂ ਜ਼ਿਆਦਾਤਰ ਜਿੰਨੀਆਂ ਵੀ ਮੱਛੀਆਂ ਹੈਗੀਆਂ ਉਹ ਗਰਮੀਆਂ ਦੇ ਮੌਸਮ ਦੇ ਦੌਰਾਨ, ਕਹਿ ਲਓ ਅਪ੍ਰੈਲ ਤੋਂ ਲੈ ਕੇ ਨਵੰਬਰ ਤੱਕ, ਬੜੇ ਵਧੀਆ ਤਰੀਕੇ ਨਾਲ ਅਸੀਂ ਇਹਨਾਂ ਨੂੰ ਗਰੋ ਕਰ ਸਕਦੇ ਹਾਂ। 8 ਮਹੀਨੇ ਦੀ ਇਹ ਫਸਲ ਹੈਗੀ ਆ। ਨਹੀਂ, ਜਿਹੜੀ ਕਾਰਪ ਮੱਛੀ ਦੀ ਗੱਲ ਕੀਤੀ ਆ, ਉਹ ਪੂਰਾ ਸਾਲ ਤੁਸੀਂ ਰੱਖ ਸਕਦੇ ਹੋ, ਉਹਦੇ ਤੇ ਸਰਦੀ ਦਾ ਕੋਈ ਮਾੜਾ ਅਸਰ ਨਹੀਂ ਪੈਂਦਾ। ਲੇਕਿਨ ਜਿਹੜੀ ਪੰਗਾਸ ਮੱਛੀ ਦੀ ਆਪਾਂ ਗੱਲ ਕੀਤੀ ਆ, ਉਹ ਜਿਹੜੀ ਮੱਛੀ ਹੈਗੀ ਉਹ ਜ਼ਿਆਦਾ ਗਰਮੀ ਦਾ ਮੌਸਮ ਉਹਨੂੰ ਸੁਹਾਉਂਦਾ ਹੈਗਾ। ਜਿੱਦਾਂ ਠੰਡ ਹੁੰਦੀ ਹੈ ਤੇ ਟੈਂਪਰੇਚਰ ਜਿਹੜਾ ਹੈਗਾ 15 ਡਿਗਰੀ ਤੋਂ ਥੱਲੇ ਜਾਂਦਾ ਹੈਗਾ, ਫਿਰ ਉਹ ਮੱਛੀ ਮਰਨੀ ਸ਼ੁਰੂ ਹੋ ਜਾਂਦੀ ਹੈ। ਸੋ ਉਹਦੀ ਜਿਹੜੀ ਫਸਲ ਦੀ ਮਿਆਦ ਆ ਉਹ 6, 7 ਜਾਂ 8 ਮਹੀਨੇ ਦੀ ਹੁੰਦੀ ਪੰਜਾਬ 'ਚ। ਲੇਕਿਨ ਕਾਰਪ ਮੱਛੀਆਂ ਤੁਸੀਂ ਪੂਰਾ ਸਾਲ ਲਗਾਤਾਰ ਪਾਲ ਸਕਦੇ ਹੋ। ਆਪਣੇ ਜ਼ਿਆਦਾਤਰ ਕਿਹੜੀ ਮੱਛੀ ਪਸੰਦ ਕੀਤੀ ਜਾਂਦੀ ਹੈ ਤੇ ਉਹ ਕਿੰਨੀਆਂ ਜਿਹੜੀਆਂ ਮੱਛੀ ਦੀਆਂ ਕਿਸਮਾਂ ਨੇ ਯੂਨੀਵਰਸਿਟੀ ਕੋਲੇ ਨੇ? ਯੂਨੀਵਰਸਿਟੀ ਕੋਲ ਦੇਖੋ, ਇਸ ਵੇਲੇ ਸਾਡੇ ਕੋਲ 8 ਐਸੀਆਂ ਕਿਸਮਾਂ ਨੇ ਜਿਹੜੀਆਂ ਕਿ ਅਸੀਂ ਫਾਰਮਰਸ ਨੂੰ ਦੇ ਰਹੇ ਹਾਂ ਪਾਲਣ ਵਾਸਤੇ। ਉਸ ਤੋਂ ਇਲਾਵਾ ਸਾਡੇ ਕੋਲ 6-7 ਹੋਰ ਕਿਸਮਾਂ ਨੇ ਜਿਹਦੇ ਤੇ ਅਸੀਂ ਤਜਰਬੇ ਕਰ ਰਹੇ ਹਾਂ, ਤਾਂ ਕਿ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਉਹ ਕਿਸਾਨ ਵੀਰਾਂ ਨੂੰ ਦੇ ਸਕੀਏ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਲੋਕ ਕਿਹੜੀ ਮੱਛੀ ਖਾਣਾ ਪਸੰਦ ਕਰਦੇ ਨੇ, ਉਹਦੇ ਵਿੱਚ ਮੈਂ ਦੱਸਣਾ ਚਾਹਾਂਗੀ ਕਿ ਜਿਹੜੇ ਪੰਜਾਬੀ ਲੋਕ ਨੇ ਉਹ ਜ਼ਿਆਦਾਤਰ ਉਹ ਮੱਛੀ ਖਾਣਾ ਪਸੰਦ ਕਰਦੇ ਜਿਹਦੇ 'ਚ ਕੰਡਾ ਘੱਟ ਹੋਵੇ। ਜੀ, ਠੀਕ ਹੈ। ਇਸੇ ਕਰਕੇ ਉਹ ਜਿਵੇਂ ਤੁਸੀਂ ਨਾਮ ਸੁਣੇ ਹੋਣਗੇ, ਸੋਲ ਮੱਛੀ ਹੈ, ਸੰਘਾੜਾ, ਮੱਲੀ, ਇਹੋ ਜਿਹੀਆਂ ਮੱਛੀਆਂ ਜਿਹੜੀ ਦਰਿਆਵਾਂ ਤੋਂ ਮਿਲਦੀਆਂ ਹੈਗੀਆਂ। ਸੋ ਜਿਹੜੀਆਂ ਤਲਾਵਾਂ 'ਚ ਪਾਲੀਆਂ ਜਾਂਦੀਆਂ, ਜਿਵੇਂ ਕਾਰਪ ਮੱਛੀ ਆ, ਉਹਦੇ 'ਚ ਕੰਡਾ ਬਹੁਤ ਹੁੰਦਾ ਹੈ ਤੇ ਪੰਜਾਬ ਵਿੱਚ ਇਹੀ ਮੱਛੀ ਜ਼ਿਆਦਾ ਪਾਲੀ ਜਾਂਦੀ ਹੈ। ਔਰ ਜਿੰਨੇ ਲੋਕ ਬਾਹਰੋਂ ਆ ਕੇ ਇੱਥੇ ਵਸੇ ਹੋਏ ਨੇ, ਚਾਹੇ ਉਹ ਇੱਥੇ ਨੌਕਰੀਆਂ ਕਰ ਰਹੇ ਨੇ, ਕੰਮ ਕਰ ਰਹੇ ਨੇ, ਜਿਵੇਂ ਯੂਪੀ ਤੋਂ, ਬਿਹਾਰ ਤੋਂ, ਉੜੀਸਾ ਤੋਂ, ਵੈਸਟ ਬੰਗਾਲ ਤੋਂ, ਇਹ ਲੋਕ ਇਹ ਮੱਛੀ ਜ਼ਿਆਦਾ ਖਾਂਦੇ ਆ। ਸਾਡੇ ਪੰਜਾਬੀ ਲੋਕ ਬਿਨਾਂ ਕੰਡੇ ਵਾਲੀ ਮੱਛੀ ਖਾਣਾ ਪਸੰਦ ਕਰਦੇ ਆ। ਤੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਹੁਣ ਨਵੀਂ ਮੱਛੀ ਪ੍ਰਮੋਟ ਕਰ ਰਹੇ ਹਾਂ, ਪੰਗਾਸ ਮੱਛੀ। ਉਹਦੇ 'ਚ ਕੰਡਾ ਬਹੁਤ ਘੱਟ ਹੁੰਦਾ ਹੈ, ਉਹਦੇ ਮਾਸ ਵਿੱਚ ਕੰਡਾ ਹੁੰਦਾ ਹੀ ਨਹੀਂ, ਸਿਰਫ ਰੀੜ ਦੀ ਹੱਡੀ ਹੁੰਦੀ ਹੈ। ਸੋ ਹੁਣ ਉਹ ਪੰਜਾਬੀ ਲੋਕ ਜਿਹੜੇ ਆ ਉਹਨੂੰ ਜ਼ਿਆਦਾ ਖਾ ਰਹੇ ਨੇ। ਇੱਕ ਝੀਂਗਾ ਮੱਛੀ ਦੀ ਗੱਲ ਆ, ਉਹ ਪਗਾਸ ਮੱਛੀ ਹੈ ਜਾਂ ਕਿਹੜੀ ਹੈ? ਉਹ ਕਿਹੜੀ ਵੈਰਾਈਟੀ ਹੈ? ਨਹੀਂ ਜੀ, ਝੀਂਗਾ ਜਿਹੜਾ ਹੈ ਸ਼੍ਰਿੰਪ ਕੈਟਾਗਰੀ ਚ ਆਉਂਦਾ ਹੈਗਾ। ਇਹ ਮੱਛੀ ਨਹੀਂ ਹੁੰਦੀ, ਇੱਕ ਵੱਖਰੇ ਤਰ੍ਹਾਂ ਦਾ ਜਲ ਜੀਵ ਹੈਗਾ। ਔਰ ਇਹ ਜ਼ਿਆਦਾਤਰ ਜਿਹੜਾ ਝੀਂਗਾ ਮੱਛੀ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਜਿਹੜੇ ਸਾਡੇ ਸਮੁੰਦਰ ਤੱਟ ਨਾਲ ਲੱਗਦੇ ਰਾਜ ਹੈਗੇ, ਸਾਊਥ ਇੰਡੀਆ ਦੇ ਜਿੰਨੇ ਵੀ ਰਾਜ ਹੈਗੇ, ਉੱਥੇ ਇਹ ਖਾਰੇ ਪਾਣੀ ਵਿੱਚ ਹੁੰਦਾ ਹੈਗਾ। ਸੋ ਤੁਸੀਂ ਸੁਣਿਆ ਹੋਏਗਾ ਕਿ ਪੰਜਾਬ ਦੇ ਵਿੱਚ ਵੀ ਕੁਝ ਸਾਡੇ ਡਿਸਟ੍ਰਿਕਟਸ ਐਸੇ ਹੈਗੇ ਸਾਊਥ ਵੈਸਟ ਰੀਜਨ 'ਚ, ਜੇ ਆਪਾਂ ਚਲੇ ਜਾਈਏ, ਜਿਵੇਂ ਕਿ ਬਰਨਾਲਾ ਬੈਲਟ ਦੇ ਵਿੱਚ ਸਾਰਾ ਬਠਿੰਡਾ ਜਿਹੜਾ ਖਾਰਾ ਪਾਣੀ ਜਾ ਰਿਹਾ। ਹਾਂਜੀ, ਸ਼੍ਰੀ ਮੁਕਤਸਰ ਸਾਹਿਬ ਹੈਗਾ, ਹੈ ਨਾ, ਫਾਜ਼ਿਲਕਾ ਹੈਗਾ, ਅਬੋਹਰ ਵਾਲਾ ਏਰੀਆ ਹੋ ਗਿਆ ਸਾਰਾ, ਮਾਨਸਾ 'ਚ ਵੀ ਕੁਝ ਇਲਾਕਾ ਹੈਗਾ, ਬਠਿੰਡਾ ਹੋ ਗਿਆ। ਇੱਥੇ ਜਿਹੜਾ ਧਰਤੀ ਦੇ ਹੇਠਲਾ ਪਾਣੀ ਹੈਗਾ ਉਹ ਖਾਰਾ ਹੈ। ਖਾਰਾ ਜੀ। ਔਰ ਕਈ ਜ਼ਮੀਨਾਂ ਐਸੀਆਂ ਵੀ ਹੈ ਕਿ ਜਿਹੜਾ ਧਰਤੀ ਹੇਠਲਾ ਪਾਣੀ ਖਾਰਾ ਵੀ ਹੈ ਤੇ ਉੱਥੇ ਸੇਮ ਦੀ ਸਮੱਸਿਆ ਵੀ ਹੈ। ਔਰ 20-20, 25-25 ਸਾਲ ਹੋ ਗਏ ਉੱਥੇ ਫਸਲ ਨਹੀਂ ਹੋਈ। ਜਿਨ੍ਹਾਂ ਦੀਆਂ ਉਹ ਜ਼ਮੀਨਾਂ ਨੇ, ਉਹ ਵਿਚਾਰੇ ਭਾਵੇਂ ਉਹਨਾਂ ਕੋਲ 50-50 ਕਿੱਲੇ ਜ਼ਮੀਨ ਹੈ, ਬਟ ਉਹ ਮਜਬੂਰ ਹੋ ਗਏ ਕਿ ਅਸੀਂ ਮਜ਼ਦੂਰੀ ਕਰੀਏ। ਉਹਨਾਂ ਦੀ ਜਿਹੜੀ ਆਰਥਿਕ ਸਥਿਤੀ ਬੜੀ ਖਰਾਬ ਸੀਗੀ। ਬਟ ਯੂਨੀਵਰਸਿਟੀ ਵੱਲੋਂ ਉਪਰਾਲੇ ਕੀਤੇ ਗਏ, ਪੰਜਾਬ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਗਏ, ਤੇ ਅੱਜ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਆ ਖਾਰੇ ਪਾਣੀ ਦਾ ਝੀਂਗਾ ਆਪਾਂ ਗੱਲ ਕਰਦੇ ਹਾਂ, ਤਾਂ ਪੰਜਾਬ ਵਿੱਚ ਵੀ ਹੋ ਰਿਹਾ, ਹਰਿਆਣਾ 'ਚ ਵੀ ਹੋ ਰਿਹਾ, ਰਾਜਸਥਾਨ 'ਚ ਵੀ ਹੋ ਰਿਹਾ, ਹੈ ਨਾ। ਸੋ ਉਹ ਜ਼ਮੀਨਾਂ ਜਿਹੜੀਆਂ ਬਿਲਕੁਲ ਬੇਕਾਰ ਪਈਆਂ ਸੀ, ਉੱਥੇ ਹੁਣ ਲੋਕ ਝੀਂਗਾ ਪਾਲ ਰਹੇ ਨੇ। ਔਰ ਤੁਸੀਂ ਦੇਖੋ ਕਿ ਜੇ ਅਸੀਂ ਇਹਦੀ ਫਸਲ ਦੀ ਗੱਲ ਕਰੀਏ ਤਾਂ ਇਹ ਫਸਲ 3 ਤੋਂ 4 ਮਹੀਨੇ 'ਚ ਤਿਆਰ ਹੋ ਜਾਂਦੀ ਹੈ, ਗਰਮੀਆਂ ਦੇ ਮਹੀਨਿਆਂ ਦੇ ਦੌਰਾਨ ਹੀ। ਔਰ ਇਹਦੇ ਤੋਂ ਜਿਹੜੀ ਇਕਨੋਮਿਕਸ ਜੇ ਆਪਾਂ ਗੱਲ ਕਰੀਏ ਤਾਂ ਫਾਇਦਾ ਜਿਹੜਾ ਬਹੁਤ ਜ਼ਿਆਦਾ ਹੈਗਾ। ਫਾਰਮਰਸ 3 ਲੱਖ ਤੋਂ ਲੈ ਕੇ 5 ਲੱਖ ਰੁਪਈਆ ਸ਼ੁੱਧ ਮੁਨਾਫਾ 4 ਮਹੀਨੇ 'ਚ 1 ਏਕੜ ਤੋਂ ਆਰਾਮ ਨਾਲ ਲੈ ਸਕਦੇ ਆ। ਇਨਵੈਸਟ ਕਿੰਨੀ ਕੁ ਹੁੰਦੀ ਹੈ ਮੈਮ? ਇਹਦੇ 'ਚ ਇਨਵੈਸਟਮੈਂਟ ਜ਼ਿਆਦਾ ਹੈ। ਜਿੱਦਾਂ ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਕਿ ਸਾਡੇ ਕੋਲ ਡਿਫਰੈਂਟ ਟੈਕਨੋਲੋਜੀਜ਼ ਨੇ ਸਮਾਲ, ਮੀਡੀਅਮ, ਲਾਰਜ ਫਾਰਮਰ ਲਈ। ਸੋ ਝੀਂਗਾ ਫਾਰਮਿੰਗ ਜਿਹੜੀ ਹੈਗੀ ਉਹ ਛੋਟੇ ਪੱਧਰ ਦੇ ਕਿਸਾਨ ਲਈ ਨਹੀਂ ਹੈ। ਹਾਂ, ਇਹ ਉਹਨਾਂ ਲਈ ਨੇ ਜਿਨ੍ਹਾਂ ਕੋਲ ਪੈਸਾ ਹੈਗਾ, ਜਾਂ ਪੰਜਾਬ ਸਰਕਾਰ ਵੀ ਹੈਲਪ ਕਰ ਰਹੀ ਹੈ, ਪ੍ਰਮੋਟ ਕਰ ਰਹੀ ਹੈ, ਉਹ ਸਬਸਿਡੀ ਦੇ ਰਹੀ ਹੈਗੀ ਹੈ। ਸੋ ਇਹਦੇ ਵਿੱਚ ਜਦੋਂ ਅਸੀਂ 1 ਏਕੜ ਦਾ ਤਲਾਬ ਬਣਾਉਣਾ ਹੈ, ਤੇ ਘੱਟੋ ਘੱਟ 15-16 ਲੱਖ ਰੁਪਏ ਦਾ ਖਰਚਾ ਆ ਜਾਂਦਾ ਹੈ। ਸਾਰੀਆਂ ਚੀਜ਼ਾਂ ਉਹਦੇ 'ਚ ਸਾਨੂੰ ਰੇਟਰ ਵੀ ਚਾਹੀਦੇ ਆ, ਜਨਰੇਟਰ ਵੀ ਚਾਹੀਦਾ, ਕਿਉਂਕਿ ਬਿਜਲੀ ਦਾ ਖਰਚਾ ਜ਼ਿਆਦਾ ਹੁੰਦਾ ਹੈ। ਬਟ ਇਹਦੇ ਵਿੱਚ ਇਹ ਹੈ ਕਿ ਜਿੰਨਾ ਤੁਸੀਂ ਖਰਚਾ ਕਰਦੇ ਹੋ, ਉਹ ਤੁਹਾਡਾ 2 ਸਾਲਾਂ 'ਚ ਸਾਰਾ ਖਰਚਾ ਮੁੜ ਜਾਂਦਾ ਹੈ, ਤੇ ਪ੍ਰਤੀ ਫਸਲ ਸਾਨੂੰ 1 ਏਕੜ ਤੋਂ 3 ਤੋਂ 5 ਲੱਖ ਦਾ ਬੜੇ ਆਸਾਨੀ ਨਾਲ ਫਾਇਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਇੱਕ ਵਾਰੀ ਕਿਸਾਨ ਨੂੰ ਹੈਲਪ ਕਰਨ ਦੀ ਲੋੜ ਹੁੰਦੀ ਹੈ, ਉਸ ਤੋਂ ਬਾਅਦ ਉਹ ਰੋਟੇਸ਼ਨ 'ਚ ਉਹਦਾ ਫਿਰ ਉਹ ਰਿਵੋਲਵਿੰਗ ਫੰਡ ਚੱਲ ਪੈਂਦਾ। ਉਹੀ ਆ ਵੀ ਨਲਕਾ ਜਦੋਂ ਆਪਾਂ ਸ਼ੁਰੂ ਕਰਨਾ, ਕਹਿੰਦੇ 2 ਬਾਲਟੀਆਂ ਪਾਉਣੀਆਂ ਪੈਂਦੀਆਂ ਨੇ, ਫਿਰ ਉਹ ਸਾਰੀ ਉਮਰ ਹੀ ਪਾਣੀ। ਹਾਂਜੀ ਹਾਂਜੀ, ਕਿਉਂਕਿ ਝੀਂਗਾ ਜਿਹੜਾ ਹੈਗਾ ਇਹ ਜ਼ਿਆਦਾਤਰ ਹਿੰਦੁਸਤਾਨ 'ਚੋਂ ਐਕਸਪੋਰਟ ਹੀ ਹੁੰਦਾ ਹੈ ਬਾਹਰ। ਜੇ ਜਿੰਨਾ ਵੀ ਝੀਂਗਾ ਪੈਦਾ ਹੋ ਰਿਹਾ, 90% ਤੋਂ ਜ਼ਿਆਦਾ ਬਾਹਰ ਜਾ ਰਿਹਾ, USA ਨੂੰ ਜਾ ਰਿਹਾ, ਚਾਈਨਾ ਨੂੰ ਜਾ ਰਿਹਾ, ਯੂਰਪ ਨੂੰ ਜਾ ਰਿਹਾ। ਆਪਣੇ ਪੰਜਾਬ ਦਾ ਨਹੀਂ, ਪੂਰੇ ਹਿੰਦੁਸਤਾਨ ਦਾ। ਠੀਕ ਹੈ ਨਾ। ਪੰਜਾਬ 'ਚ ਤਾਂ ਹਜੇ ਸ਼ੁਰੂਆਤ ਹੋਈ ਹੈ, 1200 ਏਕੜ ਸਾਰਾ ਹਜੇ ਸ਼੍ਰਿੰਪ ਫਾਰਮਿੰਗ ਦੇ ਹੈ। ਪਰ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈਗਾ ਕਿ ਆਉਣ ਵਾਲੇ 5-6 ਸਾਲਾਂ ਦੇ ਵਿੱਚ ਅਸੀਂ ਨੂੰ 5000 ਏਕੜ ਕਰਨਾ ਹੈ। ਠੀਕ ਹੈ ਨਾ। ਸੋ ਬਹੁਤ ਵਧੀਆ ਸਕੋਪ ਹੈਗਾ ਦੀ ਡਿਵੈਲਪਮੈਂਟ ਦਾ। ਬਟ ਸਾਨੂੰ ਇਹ ਦੇਖਣਾ ਪਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਐਕਸਪੋਰਟ ਵੀ ਹੋਵੇ ਤੇ ਸਾਡੇ ਲੋਕਲ ਲੋਕ ਵੀ ਇਹਨੂੰ ਖਾਣ, ਤਾਂ ਕਿ ਜੇ ਕੱਲ੍ਹ ਨੂੰ ਐਕਸਪੋਰਟ ਦੇ ਵਿੱਚ ਕੋਈ ਦਿੱਕਤ ਆ ਜਾਵੇ ਤੇ ਸਾਨੂੰ ਇੱਕ ਆਪਣੀ ਡੋਮੈਸਟਿਕ ਮਾਰਕੀਟ ਮਿਲੇ।
ਜੀ। ਘਰੇਲੂ ਮਾਰਕੀਟ ਹੋਵੇ ਜਿੱਥੇ ਇਹਦੀ ਖਪਤ ਹੋ ਸਕੇ। ਇਹ ਨਾ ਹੋਵੇ ਕੱਲ ਨੂੰ ਅਸੀਂ ਝੀਂਗਾ ਪੈਦਾ ਕਰਕੇ ਬੈਠ ਜਾਈਏ ਤੇ ਉਹ ਬਾਹਰ ਨਾ ਜਾ ਸਕੇ, ਹੋ ਸਕੇ ਤੇ ਇੱਥੇ ਵੀ ਨਾ ਵਿਕੇ ਤੇ ਫਿਰ ਕਿਸਾਨ ਨੂੰ ਖਰਚਾ ਜ਼ਿਆਦਾ ਕੀਤਾ ਹੁੰਦਾ ਤੇ ਉਹਨੂੰ ਨੁਕਸਾਨ ਭਰਨਾ ਪਵੇ। ਨੁਕਸਾਨ ਦਾ ਜਿਹੜਾ ਨਾ ਝੇਲਣਾ ਪਵੇ ਉਹਨੂੰ, ਵੀ ਇੱਥੇ ਵੀ ਆਪਾਂ ਪ੍ਰਫੁੱਲਤ ਹੋਈਏ ਵਧੀਆ ਖਾਣ ਵੱਲ। ਮੈਮ ਮੈਂ ਗੱਲ ਕਰੂੰਗਾ ਵੀ ਮੱਛੀ ਨੂੰ ਲੈ ਕੇ ਅਫਵਾਹ ਜੀ ਆ ਵੀ ਸਿਆਲਾਂ 'ਚ ਜ਼ਿਆਦਾ ਇਹ ਲਾਗਤ ਹੁੰਦੀ ਆ, ਆਪਾਂ ਨੂੰ ਪਤਾ ਹੈ ਵੀ ਇਹਦੀ ਤਸੀਰ ਕੀ ਹੁੰਦੀ ਹੈ ਜੀ? ਦੇਖੋ ਜੀ, ਤਸੀਰ ਇਹ ਆਮ ਲੋਕ ਕਹਿੰਦੇ ਜੀ ਗਰਮੀ ਸਰਦੀ 'ਚ ਸਰਦੀਆਂ 'ਚ ਖਾਣੀ ਚਾਹੀਦੀ, ਗਰਮੀ 'ਚ ਨਹੀਂ, ਕਿਉਂਕਿ ਇਹ ਗਰਮ ਚੀਜ਼ ਹੈ। ਦੇਖੋ ਮੱਛੀਆਂ ਦੀ ਵੀ ਡਿਫਰੈਂਟ ਕੈਟਾਗਰੀਜ਼ ਨੇ। ਹੁਣ ਸਾਊਥ ਵੱਲ ਤੁਸੀਂ ਚਲੇ ਜਾਓ, ਉੱਥੇ ਲੋਕ 12 ਮਹੀਨੇ 365 ਦਿਨ ਉਹ ਮੱਛੀ ਖਾਂਦੇ ਹੀ ਖਾਂਦੇ ਨੇ। ਹਰ ਫੂਡ 'ਚ ਮੱਛੀ ਹੁੰਦੀ ਹੈ। ਹੁਣ ਉਹ ਜਿਹੜੇ ਰਾਜ ਨੇ ਉੱਥੇ ਕੀ ਹੈ ਕਿ ਸਾਰਾ ਸਾਲ ਤਕਰੀਬਨ ਇੱਕੋ ਜਿਹਾ ਤਾਪਮਾਨ ਰਹਿੰਦਾ ਹੈ। ਹੁਣ ਸਾਡੇ ਇੱਧਰਲੇ ਖੇਤਰ 'ਚ ਕੀ ਹੈ ਕਿ ਬਹੁਤ ਅੱਤ ਦੀ ਗਰਮੀ ਵੀ ਪੈਣੀ ਹੈ, ਬਹੁਤ ਅੱਤ ਦੀ ਸਰਦੀ ਵੀ ਪੈਣੀ ਹੈ। ਜਦੋਂ ਸਰਦੀਆਂ ਦਾ ਮਹੀਨਾ ਹੁੰਦਾ ਨਾ, ਸਾਨੂੰ ਜ਼ਿਆਦਾ ਖਾਣ ਦੀ ਲੋੜ ਹੁੰਦੀ ਹੈ ਤਾਂ ਕਿ ਅਸੀਂ ਸਰੀਰ ਦਾ ਤਾਪਮਾਨ ਜਿਹੜਾ ਉਹ ਮੇਨਟੇਨ ਕਰ ਸਕੀਏ। ਉਦੋਂ ਲੋਕ ਜ਼ਿਆਦਾ ਖਾਂਦੇ ਆ। ਉਦੋਂ ਜੇ ਉਹ ਮੱਛੀ ਖਾ ਲੈਂਦੇ ਆ ਤੇ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਮੱਛੀ ਖਾਧੀ ਹੈ ਤੇ ਮੈਨੂੰ ਗਰਮੀ ਮਿਲੀ ਹੈ। ਠੀਕ ਹੈ, ਲੇਕਿਨ ਜਦੋਂ ਗਰਮੀਆਂ ਦਾ ਮਹੀਨਾ ਆ ਜਾਂਦਾ, ਸਾਨੂੰ ਬਾਹਰ ਸਾਡੇ ਪਹਿਲਾਂ ਹੀ ਇੰਨੀ ਗਰਮੀ ਹੁੰਦੀ ਹੈ ਤੇ ਉਹਨਾਂ ਮੱਛੀ ਨੂੰ ਖਾ ਕੇ ਤੁਹਾਨੂੰ ਗਰਮੀ ਮਹਿਸੂਸ ਜ਼ਿਆਦਾ ਹੋਏਗੀ ਜਿਹਦੇ ਵਿੱਚ ਆਇਲ ਜਾਂ ਫੈਟ ਜ਼ਿਆਦਾ ਹੁੰਦਾ ਹੈ। ਕਿਉਂਕਿ ਕੋਈ ਵੀ ਚਿਕਨਾਹਟ ਵਾਲੀ ਚੀਜ਼ ਅਸੀਂ ਖਾਂਦੇ ਆ, ਤੇਲ ਨਾਲ ਭਰੀ ਹੋਈ ਚੀਜ਼ ਖਾਵਾਂਗੇ, ਉਹ ਤੋਂ ਸਾਨੂੰ એનર્ਜੀ ਜ਼ਿਆਦਾ ਮਿਲੂਗੀ। ਤੁਸੀਂ ਆਪ ਦੇਖ ਲਓ, ਜੇ ਤੁਸੀਂ ਸਮੋਸੇ ਪਕੌੜੇ ਖਾਂਦੇ ਹੋ ਜ਼ਿਆਦਾ, ਉਹ ਤੁਹਾਡਾ ਛੇਤੀ ਪੇਟ ਭਰ ਜਾਂਦਾ ਹੈ ਜੀ। ਤੁਹਾਨੂੰ ਤੁਸੀਂ ਉਹ ਜ਼ਿਆਦਾ ਨਹੀਂ ਖਾ ਸਕਦੇ ਕਿਉਂਕਿ ਉਹ ਜਿਹੜੀ ਤੁਸੀਂ ਫੈਟ ਲੈ ਲਿਆ ਅੰਦਰ, ਉਹਦੇ ਤੋਂ ਤੁਹਾਨੂੰ એનર્ਜੀ ਬਹੁਤ ਮਿਲਣੀ ਹੈ ਤੇ ਤੁਹਾਨੂੰ ਭਰਿਆ ਮਹਿਸੂਸ, ਗਰਮੀ ਮਹਿਸੂਸ ਹੋਏਗੀ। ਸੋ ਸੇਮ ਮੱਛੀ ਨਾਲ ਹੁੰਦਾ ਹੈ। ਮੱਛੀ ਦੀਆਂ ਕਿਸਮਾਂ ਨੇ ਬਹੁਤ ਸੇ। ਕਾਰਪ ਮੱਛੀ ਤੁਸੀਂ ਭਾਵੇਂ 12 ਮਹੀਨੇ ਖਾਓ, ਇੱਥੇ ਵੀ ਖਾਓ, ਤੁਹਾਨੂੰ ਕੁਝ ਨਹੀਂ ਮਹਿਸੂਸ ਹੋਏਗਾ। ਪੰਗਾਸ ਮੱਛੀ ਨੂੰ ਤੁਸੀਂ ਖਾਓਗੇ, ਤੁਹਾਨੂੰ ਲੱਗੇਗਾ ਕਿ ਮੈਂ ਥੋੜੀ ਜਿਹੀ ਖਾਧੀ ਹੈ, ਮੈਨੂੰ ਗਰਮੀ ਮਹਿਸੂਸ ਹੋਣ ਲੱਗ ਗਈ ਹੈ, ਕਿਉਂਕਿ ਉਹਦੇ 'ਚ ਤੇਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਸੋ ਇਹ ਇੱਕ ਤਰ੍ਹਾਂ ਦਾ ਜਗ੍ਹਾ ਤੋਂ ਜਗ੍ਹਾ ਵੇਰੀ ਕਰਦਾ ਹੈ ਤਾਪਮਾਨ ਦੇ ਹਿਸਾਬ ਨਾਲ। ਇਹ ਨਹੀਂ ਕਹਿਣਾ ਚਾਹੀਦਾ ਕਿ ਇਹਦੀ ਤਸੀਰ ਗਰਮ ਹੁੰਦੀ ਹੈ ਵੀ ਆਪਾਂ ਸਿਰਫ ਸਰਦੀਆਂ 'ਚ ਖਾਣੀ ਹੈ। ਗਰਮੀਆਂ 'ਚ ਅਸੀਂ ਘੱਟ ਖਾ ਸਕਦੇ ਹਾਂ, ਨਿਊਟ੍ਰੀਸ਼ਨ ਤਾਂ ਆਪਾਂ ਪੂਰੀ ਕਰਨੀ ਹੈ ਨਾ, ਤੇ ਉਹੋ ਜਿਹੀ ਮੱਛੀ ਖਾਓ ਜਿਸ 'ਚ ਤੇਲ ਦੀ ਮਾਤਰਾ ਘੱਟ ਹੋਵੇ। ਸੋ ਕਾਰਪ ਮੱਛੀਆਂ ਬਹੁਤ ਵੱਡਾ ਅੱਛਾ ਸਰੋਤ ਹੈ ਪ੍ਰੋਟੀਨ ਦਾ, ਜਿਹਦੇ ਨਾਲ ਅਸੀਂ ਆਪਣੀ ਸਿਹਤ ਦਾ ਬੜਾ ਅੱਛੀ ਤਰ੍ਹਾਂ ਰੱਖ ਰਖਾਵ ਕਰ ਸਕਦੇ ਹਾਂ ਜੀ। ਛੋਟੇ ਕਿਸਾਨ ਦੀ ਵੀ ਪਹਿਲਾਂ ਗੱਲ ਕੀਤੀ ਜਾਂ ਕੈਟਾਗਰੀ ਵਾਈਜ਼ ਗੱਲ ਕੀਤੀ, ਤੇ ਮੈਡਮ ਜਿਹੜੀ ਯੂਥ ਹੈ ਉਹਨੂੰ ਵੀ ਇੱਧਰ ਯੂਨੀਵਰਸਿਟੀ ਜਿਹੜਾ ਰੁਜ਼ਗਾਰ ਵੱਲ ਜਾਂ ਜਿਹੜਾ ਇਹਦੀ ਪੜ੍ਹਾਈ ਕਰਦੇ ਆ, ਮੈਂ ਦੇਖਿਆ ਸਟੂਡੈਂਟ ਵੀ ਲੱਗੇ ਹੋਏ ਨੇ ਔਰ ਪੇਪਰ ਵੀ ਦਿੰਦੇ ਆ, ਉਹਨਾਂ ਦਾ ਵੀ ਜਿਹੜਾ ਰੁਝਾਨ ਇੱਧਰ ਨੂੰ ਕਿਵੇਂ, ਜਾਂ ਬਾਹਰਲੇ ਮੁਲਕਾਂ ਨੂੰ ਜਿਹੜੇ ਭੱਜਦੇ ਆ, ਜੇ ਇੱਥੇ ਰਹਿ ਕੇ ਵੀ ਮੱਛੀ ਪਾਲਣ ਜਾਂ ਇੱਥੇ ਦੀ ਜਿਹੜੀ ਉਹ ਪੜ੍ਹਾਈ ਕਰ ਰਿਹਾ, ਇੱਥੇ ਜੋਬ ਉਹਨਾਂ ਦਾ ਸਕੋਪ ਹੈ? ਹਾਂਜੀ ਜੀ, ਇਹ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਹੈਗਾ। ਜਿਵੇਂ ਕਿ ਤੁਸੀਂ ਪਹਿਲਾਂ ਦੱਸਿਆ ਕਿ ਤੁਸੀਂ ਅੱਜ ਕਾਲਜ ਆਫ ਫਿਸ਼ਿਜ਼ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਵਿੱਚ ਆਏ ਹੋ ਤੇ ਮੇਰੇ ਨਾਲ ਗੱਲਬਾਤ ਕਰ ਰਹੇ ਹੋ। ਸਾਡੀ ਜਿਹੜਾ ਕਾਲਜ ਆਫ ਫਿਸ਼ਿਜ਼ ਹੈਗਾ, ਇੱਥੇ ਅਸੀਂ ਕਈ ਤਰ੍ਹਾਂ ਦੇ ਡਿਗਰੀ ਪ੍ਰੋਗਰਾਮ ਆਫਰ ਕਰਦੇ ਹਾਂ। ਉਹਦੇ ਵਿੱਚ ਇੱਕ ਅੰਡਰ ਗ੍ਰੈਜੂਏਟ ਪ੍ਰੋਗਰਾਮ ਹੈ ਜਿਹਨੂੰ ਅਸੀਂ ਬੈਚਲਰ ਆਫ ਫਿਸ਼ਰੀ ਸਾਇੰਸ ਕਹਿੰਦੇ ਹਾਂ, BFSC ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਹਦੇ ਨਾਲ ਅਸੀਂ ਪੋਸਟ ਗ੍ਰੈਜੂਏਟ ਡਿਗਰੀ ਪ੍ਰੋਗਰਾਮ ਹੈ, ਜਿਵੇਂ ਮਾਸਟਰ ਇਨ ਫਿਸ਼ਰੀ ਸਾਇੰਸ, PhD ਇਨ ਫਿਸ਼ਰੀ ਸਾਇੰਸ। ਠੀਕ ਹੈ, ਸੋ ਇਹ ਵੱਖਰੀਆਂ ਡਿਗਰੀਆਂ ਹੈਗੀਆਂ। ਜਿਹੜੇ ਬੱਚੇ ਸਾਡੇ ਕੋਲ UG ਦੀ ਡਿਗਰੀ, ਅੰਡਰ ਗ੍ਰੈਜੂਏਟ ਡਿਗਰੀ ਜਿਹਨੂੰ ਅਸੀਂ BFSC ਕਹਿੰਦੇ ਹਾਂ, ਉਹ ਕਰਕੇ ਜਾਂਦੇ ਆ, ਉਹਨਾਂ ਕੋਲ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਕਿ ਜਦੋਂ ਗ੍ਰੈਜੂਏਟ ਹੋ ਕੇ ਇੱਥੋਂ ਨਿਕਲਣਗੇ ਤੇ ਉਹ ਪੰਜਾਬ ਸਰਕਾਰ ਦੀਆਂ ਨੌਕਰੀਆਂ, ਸੈਂਟਰ ਗਵਰਨਮੈਂਟ ਦੀਆਂ ਨੌਕਰੀਆਂ, ਕਈ ਉਹਨਾਂ ਕੋਲ ਆਪਸ਼ਨਸ ਨੇ। ਜਿਵੇਂ ਕਿ ਸਾਡੇ ਕੋਲ ਫਿਸ਼ਰੀਜ਼ ਡਿਪਾਰਟਮੈਂਟ ਹੈ ਪੰਜਾਬ ਦਾ, ਖੇਤੀਬਾੜੀ ਵਿਭਾਗ ਹੈਗਾ, ਬੈਂਕ ਹੈਗੇ ਆ। ਸੋ ਉੱਥੇ ਉਹ ਕੀ ਹੈ, ਬਤੌਰ ਫਿਸ਼ਰੀ ਆਫੀਸਰ ਕੰਮ ਕਰ ਸਕਦੇ ਆ, ਫਿਸ਼ਰੀਜ਼ ਐਕਸਟੈਂਸ਼ਨ ਆਫੀਸਰ ਕੰਮ ਕਰ ਸਕਦੇ ਆ, ਫਾਰਮ ਮੈਨੇਜਰ, ਟੈਕਨੀਸ਼ੀਅਨ, ਅਸਿਸਟੈਂਟ ਡਿਵੈਲਪਮੈਂਟ ਆਫੀਸਰ, ਠੀਕ ਹੈ ਨਾ। ਸੋ ਰੂਰਲ ਡਿਵੈਲਪਮੈਂਟ ਆਫੀਸਰ ਬਤੌਰ, ਇੱਦਾਂ ਦੀਆਂ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਜਿੱਥੇ ਉਹ ਕੰਮ ਕਰ ਸਕਦੇ। ਐਜ਼ ਏ ਟੈਕਨੀਕਲ ਅਸਿਸਟੈਂਟ ਕੰਮ ਕਰ ਸਕਦੇ ਆ, ਟੈਕਨੀਕਲ ਆਫੀਸਰ ਕੰਮ ਕਰ ਸਕਦੇ ਆ। ਸੋ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਹੈਗੀਆਂ। ਉਹ ਬੱਚੇ ਆ ਜਿਹੜੇ ਅੰਡਰ ਗ੍ਰੈਜੂਏਟ ਕਰ ਲੈਂਦੇ ਆ, ਉਸ ਤੋਂ ਬਾਅਦ ਉਹ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਕਰ ਸਕਦੇ ਆ। ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਕਰ ਲੈਣਗੇ, ਫਿਰ ਉਹਨਾਂ ਕੋਲ ਹੋਰ ਬਹੁਤ ਓਪਰਚੁਨਿਟੀਜ਼ ਆ ਜਾਂਦੀਆਂ, ਜਿਵੇਂ ਯੂਨੀਵਰਸਿਟੀਜ਼ ਨੇ, ਕਾਲਜਿਸ ਨੇ, ਕ੍ਰਿਸ਼ੀ ਵਿਗਿਆਨ ਕੇਂਦਰ ਨੇ, ਚਾਹੇ ਉਹ ਪੰਜਾਬ ਗੌਰਮੈਂਟ ਦੇ ਨੇ, ਚਾਹੇ ਸੈਂਟਰ ਗੌਰਮੈਂਟ ਨੇ। ਉੱਥੇ ਉਸ ਬਤੌਰ ਸਾਇੰਟਿਸਟ ਕੰਮ ਕਰ ਸਕਦੇ ਆ, ਬਤੌਰ ਅਸਿਸਟੈਂਟ ਪ੍ਰੋਫੈਸਰ ਕੰਮ ਕਰ ਸਕਦੇ ਆ, ਬਤੌਰ ਸਬਜੈਕਟ ਮੈਟਰ ਸਪੈਸ਼ਲਿਸਟ ਕੰਮ ਕਰ ਸਕਦੇ ਆ, ਐਜ਼ ਕੰਸਲਟੈਂਟ ਕੰਮ ਕਰ ਸਕਦੇ ਆ। ਸੋ ਓਪਰਚੁਨਿਟੀਜ਼ ਬਹੁਤ ਨੇ। ਲੇਕਿਨ ਤੁਸੀਂ ਦੇਖੋਗੇ ਕਿ ਸਾਡੇ ਜਿਹੜੇ ਪੰਜਾਬ ਦਾ ਯੂਥ ਹੈਗਾ ਨਾ, ਉਹਦੇ 'ਚ ਦੋ ਹੀ ਉਹਨਾਂ ਦਾ ਵਿਜ਼ਨਰੀ ਓਬਜੈਕਟਿਵਸ ਨੇ ਕਿ ਜਾਂ ਤਾਂ ਸਰਕਾਰੀ ਨੌਕਰੀ ਕਰਨੀ ਹੈ ਜਾਂ ਫਿਰ ਇੱਥੋਂ ਹਿੰਦੁਸਤਾਨ 'ਚੋਂ ਨਿਕਲ ਕੇ ਬਾਹਰ ਚਲ ਜਾਣਾ ਹੈ ਨਾ, ਨਿਕਲ ਜਾਣਾ। ਉਹਨਾਂ ਨੇ ਇਹ ਨਹੀਂ ਦੇਖਣਾ ਕਿ ਪੰਜਾਬ 'ਚੋਂ ਨਿਕਲ ਕੇ ਮੈਂ ਭਾਰਤ ਦੇ ਕਿਹੜੇ ਹੋਰ ਰਾਜਾਂ 'ਚ ਜਾ ਕੇ ਕੰਮ ਕਰ ਸਕਦਾ। ਅੱਜ ਜਿਹੜਾ ਹਿੰਦੁਸਤਾਨ ਹੈ ਜਾਂ ਭਾਰਤ ਆਪਣੀ ਕੰਟਰੀ ਹੈ, ਇਹ ਪੂਰੇ ਵਰਲਡ ਦਾ ਸੈਕਿੰਡ ਲਾਰਜੈਸਟ ਫਿਸ਼ ਪ੍ਰੋਡਿਊਸਰ ਹੈ। ਦੂਜੇ ਨੰਬਰ 'ਤੇ ਆਉਂਦੇ ਹਾਂ ਮੱਛੀ ਉਤਪਾਦਨ ਦੇ ਵਿੱਚ ਅਸੀਂ, ਔਰ ਇਹ ਬਹੁਤ ਵੱਡੀ ਇੰਡਸਟਰੀ ਹੈ।
ਠੀਕ ਹੈ। ਇਹਦੇ ਵਿੱਚ ਤੁਸੀਂ ਹੈਚਰੀਆਂ ਲੈ ਲਓ, ਫੀਡ ਮਿੱਲਾਂ ਲੈ ਲਓ, ਪ੍ਰੋਸੈਸਿੰਗ ਇੰਡਸਟਰੀ ਲੈ ਲਓ, ਫਾਰਮਾਸਿਊਟੀਕਲ ਇੰਡਸਟਰੀ ਲੈ ਲਓ। ਇਹ ਬਹੁਤ ਵੱਡਾ ਖੇਤਰ ਹੈ ਜਿਹਦੇ ਵਿੱਚ ਸਾਡੇ ਬੱਚੇ ਅਬਜ਼ੌਰਬ ਹੋ ਸਕਦੇ ਆ। ਬਟ ਸਾਡੇ ਬੱਚੇ ਜਿਹੜੇ ਆ ਉਹ ਕਹਿੰਦੇ ਜੇ ਨੌਕਰੀ ਕਰਨੀ ਪੰਜਾਬ 'ਚ ਹੀ ਕਰਨੀ ਹੈ, ਨਹੀਂ ਤਾਂ ਬਾਹਰ ਜਾ ਕੇ ਕੁਝ ਵੀ ਕਰ ਲਾਂਗੇ, ਉੱਥੇ ਭਾਵੇਂ ਛੋਟੀ ਤੋਂ ਛੋਟੀ ਜੌਬ ਕਰ ਲਾਂਗੇ। ਲੇਕਿਨ ਸਾਡੇ ਕਾਲਜ ਵੱਲੋਂ, ਸਾਡੀ ਯੂਨੀਵਰਸਿਟੀ ਵੱਲੋਂ ਇਹ ਪੂਰੇ ਉਪਰਾਲੇ ਕੀਤੇ ਜਾ ਰਹੇ ਕਿ ਜਿੰਨੇ ਵੀ ਬੱਚੇ ਸਾਡੇ ਕੋਲ ਆਉਂਦੇ ਆ ਜਿਨ੍ਹਾਂ ਨੂੰ ਕਿਤੇ ਹੋਰ ਦਾਖਲਾ ਨਹੀਂ ਮਿਲ ਪਾਉਂਦਾ ਕਿਸੇ ਵਜ੍ਹਾ ਨਾਲ, ਜੇ ਉਹ ਮੈਡੀਕਲ ਡਾਕਟਰ ਨਹੀਂ ਬਣ ਪਾਉਂਦੇ, ਵੈਟਰਨਰੀ ਡਾਕਟਰ ਨਹੀਂ ਬਣ ਪਾਉਂਦੇ, ਉਹਨਾਂ ਨੂੰ ਮਿਊਸ ਹੋਣ ਦੀ ਲੋੜ ਨਹੀਂ ਹੈ। ਇਹ ਵੀ ਇੱਕ ਬਹੁਤ ਵਧੀਆ ਖੇਤਰ ਹੈਗਾ ਫਿਸ਼ਰੀਜ਼ ਦੇ ਵੱਲ ਵੱਧ ਸਕਦੇ। ਹਾਂ, ਇੱਥੇ ਆ ਕੇ ਉਹ ਬਹੁਤ ਅੱਛੀ ਜੇ ਉਹ ਗ੍ਰੈਜੂਏਟ ਵੀ ਬਣਦੇ ਨੇ, ਪੋਸਟ ਗ੍ਰੈਜੂਏਸ਼ਨ ਦੀ ਵੀ ਡਿਗਰੀ ਲੈਂਦੇ ਨੇ, ਤੇ ਉਹਨਾਂ ਕੋਲ ਬਹੁਤ ਸਾਰੀਆਂ ਓਪਰਚੁਨਿਟੀਜ਼ ਨਾ ਸਿਰਫ ਕੇਵਲ ਪੰਜਾਬ 'ਚ ਬਲਕਿ ਪੂਰੇ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਸਟੇਟ 'ਚ ਜਾਣਗੇ ਤਾਂ ਉਹਨਾਂ ਕੋਲ ਬਹੁਤ ਸਾਰੀਆਂ ਓਪਰਚੁਨਿਟੀਜ਼ ਨੇ। ਔਰ ਇਸ ਤੋਂ ਇਲਾਵਾ ਜਿਹੜਾ ਇੱਕ ਵਾਰੀ ਸਾਡੇ ਕਾਲਜ ਤੋਂ ਡਿਗਰੀ ਕਰਕੇ ਚਲਾ ਜਾਏਗਾ, ਉਹਦੇ ਕੋਲ ਸਵੈ ਰੋਜ਼ਗਾਰ ਦੀਆਂ ਬੜੀਆਂ ਓਪਰਚੁਨਿਟੀਜ਼ ਨੇ। ਉਹ ਆਪ ਮੱਛੀ ਪਾਲਨ ਕਰ ਸਕਦਾ ਹੈ, ਉਹ ਆਪ ਝੀਂਗਾ ਪਾਲਨ ਕਰ ਸਕਦਾ ਹੈ, ਜਿੱਦਾਂ ਦੇ ਉਹ ਖੇਤਰ 'ਚ ਰਹਿੰਦਾ ਹੈਗਾ, ਜਿੱਦਾਂ ਦੇ ਉਹਦੇ ਕੋਲ ਰਿਸੋਰਸਿਸ ਅਵੇਲੇਬਲ ਹੈਗੇ ਆ। ਉਹ ਆਪਣੀ ਹੈਚਰੀ ਲਾ ਸਕਦਾ, ਆਪਣੀ ਫੀਡ ਮਿਲ ਲਾ ਸਕਦਾ, ਪ੍ਰੋਸੈਸਿੰਗ ਯੂਨਿਟ ਲਾ ਸਕਦਾ। ਠੀਕ ਹੈ। ਸਰਕਾਰੀ ਨੌਕਰੀ ਨਹੀਂ ਮਿਲਦੀ ਉਹਨੂੰ ਤੇ ਉਹ ਕਿਸੇ ਵੀ ਪ੍ਰਾਈਵੇਟ ਇੰਡਸਟਰੀ 'ਚ ਚਲਾ ਜਾਏ, ਇੰਨੀਆਂ ਨੌਕਰੀਆਂ ਹੁੰਦੀਆਂ। ਅਸੀਂ ਆਪਣੇ ਬੱਚਿਆਂ ਨੂੰ ਗਾਈਡ ਕਰਦੇ ਹਾਂ। ਅੱਜ ਦੀ ਡੇਟ 'ਚ ਸਾਡੇ ਬੱਚੇ ਬਹੁਤ ਐਸੇ ਆ ਜਿਹੜੇ ਪ੍ਰਾਈਵੇਟ ਇੰਡਸਟਰੀ 'ਚ ਬਤੌਰ ਸੇਲਸ ਐਗਜ਼ੀਕਿਊਟਿਵ ਲੱਗੇ ਹੋਏ ਆ, ਏਰੀਆ ਮੈਨੇਜਰ ਲੱਗੇ ਹੋਏ ਆ, ਸੁਪਰਵਾਈਜ਼ਰ ਲੱਗੇ ਹੋਏ ਆ, ਤੇ ਬਹੁਤ ਸਾਰੇ ਸਟੂਡੈਂਟ ਆ ਜਿਹੜੇ ਸਾਡੇ ਸਟੇਟ ਫਿਸ਼ਰੀ ਡਿਪਾਰਟਮੈਂਟ 'ਚ ਬਤੌਰ ਫਿਸ਼ਰੀ ਆਫੀਸਰ ਕੰਮ ਕਰ ਰਹੇ ਨੇ, ਐਜ਼ ਕੰਸਲਟੈਂਟ ਕੰਮ ਕਰ ਰਹੇ ਨੇ ਨੈਸ਼ਨਲ ਫਿਸ਼ਰੀ ਡਿਵੈਲਪਮੈਂਟ ਬੋਰਡ ਦੇ ਵਿੱਚ। ਸੋ ਇਹ ਤਾਂ ਦੇਖੋ ਜੀ, ਅਸੀਂ ਐਕਸਪਲੋਰ ਕਰਾਂਗੇ ਤਾਂ ਹੀ ਅਸੀਂ ਅੱਗੇ ਜਾ ਪਾਵਾਂਗੇ। ਜੇ ਅਸੀਂ ਪਹਿਲਾਂ ਹੀ ਆਪਣਾ ਮਾਈਂਡ ਸੈਟ ਨੂੰ ਬਲੌਕ ਕਰ ਲਾਂਗੇ ਕਿ ਨਹੀਂ ਜੀ ਇੱਕ ਸਰਕਾਰੀ ਨੌਕਰੀ ਹੀ ਮਿਲੂਗੀ ਤੇ ਮੈਂ ਉਹੀ ਕਰਨਾ, ਮੈਂ ਪ੍ਰਾਈਵੇਟ ਖੇਤਰ 'ਚ ਨਹੀਂ ਜਾਣਾ ਤੇ ਮੈਂ ਬਾਹਰ ਹੀ ਜਾਣਾ, ਫਿਰ ਉਹਦੇ ਨਾਲ ਅਸੀਂ ਤਰੱਕੀ ਨਹੀਂ ਕਰ ਸਕਦੇ। ਉਹਦੇ ਲਈ ਆਪਾਂ ਕੁਝ ਕਹਿ ਵੀ ਨਹੀਂ ਸਕਦੇ, ਜਾਂਦਿਆਂ ਨੂੰ ਕਹਿੰਦੇ ਕੌਣ ਰੋਕ ਸਕਦਾ। ਇਹ ਵੀ ਹੈ ਨਾ ਜਿਹਨੇ ਮਨ ਹੀ ਬਣਾ ਲਿਆ। ਮੈਮ ਇੱਕ ਗੱਲ ਹੋਰ ਤੁਸੀਂ ਕਹੀ ਆ ਵੀ ਯੂਨੀਵਰਸਿਟੀ ਬਹੁਤ ਸਾਰੇ ਉਪਰਾਲੇ ਕਰਦੀ ਆ ਕਿ ਜਿਹੜਾ ਯੂਥ ਹੈ, ਨਵਾਂ ਕੋਈ ਮੁੰਡਾ ਮੇਰੇ ਵਰਗਾ ਹੀ ਕਹਿ ਲਓ ਚਾਹੇ, ਉਹਨੇ ਮੱਛੀ ਪਾਲਣ ਕਰਨਾ, ਉਹਦੇ ਕੋਲੇ ਜਗ੍ਹਾ ਵੀ ਨਹੀਂ ਹੈਗੀ ਤੇ ਉਹ ਚਾਹੁੰਦਾ ਵੀ ਮੈਂ ਮੱਛੀ ਪਾਲਣ ਕਰ ਸਕਾਂ, ਮੇਰੇ ਕੋਲ ਹੱਥ ਪੱਲੇ ਕੁਛ ਨਹੀਂ, ਤੇ ਉਹਦਾ ਸ਼ੌਂਕ ਹੈਗਾ, ਉਹ ਸਿੱਖਦਾ ਵੀ ਇੱਥੋਂ 5 ਦਿਨ ਲਾ ਕੇ। ਉਹਦੇ ਵਾਸਤੇ ਵੀ ਕੋਈ ਯੂਨੀਵਰਸਿਟੀ ਉਪਰਾਲੇ ਕਰਦੀ ਆ ਜਾਂ ਉਹਦੇ ਵਾਸਤੇ ਵੀ ਕੁਛ ਹੈ? ਯੂਨੀਵਰਸਿਟੀ ਵੱਲੋਂ ਦੇਖੋ, ਜਿਹੜਾ ਅਸੀਂ ਰੈਗੂਲਰ ਬੇਸਿਸ ਦੇ ਉੱਤੇ ਟ੍ਰੇਨਿੰਗ ਪ੍ਰੋਗਰਾਮ ਆਰਗੇਨਾਈਜ਼ ਕਰਦੇ ਹਾਂ ਜੀ, ਉਹਦੇ ਵਿੱਚ ਅਸੀਂ ਚਾਹੇ ਉਹ ਮੱਛੀ ਪਾਲਨ ਹੋਵੇ, ਪੰਗਾਸ ਮੱਛੀ ਪਾਲਨ ਜਾਂ ਕਾਰਪ ਮੱਛੀ ਪਾਲਨ ਜਾਂ ਝੀਂਗਾ ਮੱਛੀ ਪਾਲਨ, ਇਹਦੇ ਨਾਲ ਨਾਲ ਜਿਹੜੀ ਸਜਾਵਟੀਆਂ ਮੱਛੀਆਂ ਲੋਕ ਅੱਜ ਕੱਲ੍ਹ ਘਰਾਂ 'ਚ ਰੱਖਦੇ ਆ। ਸੋ ਇਹਨਾਂ ਸਾਰਿਆਂ ਨਾਲ ਰਿਲੇਟਿਡ ਜਿਹੜੀਆਂ ਟ੍ਰੇਨਿੰਗ ਪ੍ਰੋਗਰਾਮਸ ਨੇ, ਅਸੀਂ 3 ਤੋਂ ਲੈ ਕੇ 5 ਦਿਨ ਤੱਕ ਦੀਆਂ ਅਸੀਂ ਕਰਾਉਂਦੇ ਹਾਂ, ਔਰ ਉਹਦੇ ਅਸੀਂ ਰੈਗੂਲਰ ਬੇਸਿਸ ਤੇ ਕਰਾਉਂਦੇ ਹਾਂ ਜੀ। ਸਾਡੇ ਕੋਲ ਕਿਸਾਨ ਵੀਰ ਆਉਂਦੇ ਨੇ, ਅਸੀਂ ਜਿਹੜੇ ਪਸ਼ੂ ਪਾਲਨ ਮੇਲੇ ਵੀ ਲਗਾਉਂਦੇ ਹਾਂ, ਉੱਥੇ ਵੀ ਉਹਦੀ ਐਡਵਰਟਾਈਜ਼ਮੈਂਟ ਕਰਦੇ ਆ, ਉੱਥੇ ਲੋਕ ਆਪਣੇ ਫਾਰਮ ਭਰ ਕੇ ਚਲੇ ਜਾਂਦੇ ਆ। ਸਾਡੇ ਕੋਲ ਜਦੋਂ 20 ਬੰਦਿਆਂ ਦਾ ਗਰੁੱਪ ਬਣ ਜਾਂਦਾ, ਅਸੀਂ ਉਹਨਾਂ ਨੂੰ ਕਾਲ ਕਰਕੇ ਉਹ ਟ੍ਰੇਨਿੰਗ ਦੇ ਦਿੰਦੇ ਹਾਂ। ਔਰ ਇਹ ਟ੍ਰੇਨਿੰਗ ਜਿਹੜੀ ਹੈਗੀ ਹੈ ਬੀਬੀਆਂ ਲਈ ਬਿਲਕੁਲ ਫ੍ਰੀ ਹੈ ਜੀ, ਠੀਕ ਹੈ ਨਾ। ਹਾਂ, ਉਹਨਾਂ ਕੋਲੋਂ ਅਸੀਂ ਕੁਝ ਨਹੀਂ ਲੈਂਦੇ। ਮਹਿਲਾਵਾਂ ਨੇ ਉਹ ਫ੍ਰੀ ਆਫ ਕਾਸਟ, ਲੜਕੀਆਂ ਹੋਣ ਮਹਿਲਾਵਾਂ ਹੋਣ, ਉਹਨਾਂ ਨੂੰ ਅਸੀਂ ਇਹ ਬਿਲਕੁਲ ਫ੍ਰੀ ਦਿੰਦੇ ਹਾਂ ਜੀ। ਸੋ ਅਸੀਂ ਜਿਹੜੀ ਤਕਨੀਕੀ ਜਾਣਕਾਰੀ ਅਸੀਂ ਪੂਰੀ ਦਿੰਦੇ ਹਾਂ। ਸਾਡੀ ਸਹਾਇਤਾ ਨਾਲ ਉਹ ਕੱਲ ਨੂੰ ਮੱਛੀ ਪਾਲਣ 'ਚ ਜਾਣਾ ਚਾਹੁੰਦਾ ਹੈ, ਝੀਂਗਾ ਪਾਲਣ 'ਚ ਜਾਣਾ ਚਾਹੁੰਦਾ, ਅਸੀਂ ਉਹਨਾਂ ਦੀ ਪੂਰੀ ਟੈਕਨੀਕਲ ਹੈਂਡ ਹੋਲਡਿੰਗ ਕਰਦੇ ਹਾਂ। ਇਹ ਨਹੀਂ ਵੀ ਉਹ ਟ੍ਰੇਨਿੰਗ ਲੈ ਗਿਆ ਫਿਰ ਅਸੀਂ ਉਹਨੂੰ ਛੱਡ ਦੇਣਾ, ਅਸੀਂ ਉਹਨਾਂ ਨਾਲ ਪੂਰਾ ਰਾਬਤਾ ਰੱਖਣਾ ਜਿੰਨੀ ਦੇਰ ਤੱਕ ਉਹ ਇੱਕ ਸਫਲ ਮੱਛੀ ਪਾਲਕ ਜਾਂ ਝੀਂਗਾ ਪਾਲਕ ਨਹੀਂ ਬਣ ਜਾਂਦਾ। ਸੋ ਇਹ ਜਿਹੜੀਆਂ ਟ੍ਰੇਨਿੰਗਸ ਅਸੀਂ ਕਰਾਉਂਦੇ ਹੈਗੇ ਆ। ਬਾਕੀ ਜੇ ਸਾਡੇ ਕੋਲ ਟ੍ਰੇਨਿੰਗ ਨਹੀਂ ਵੀ ਕੀਤੀ, ਕਿਤੋਂ ਹੋਰ ਵੀ ਕੀਤੀ ਹੈ, ਸਾਨੂੰ ਅਪਰੋਚ ਕਰਦਾ ਹੈਗਾ ਕਿ ਮੈਂ ਇੱਕ ਮੱਛੀ ਤਲਾਬ ਬਣਾਉਣਾ ਚਾਹੁੰਦਾ, ਤਾਂ ਵੀ ਅਸੀਂ ਉਹਨੂੰ ਪੂਰਾ ਗਾਈਡ ਕਰਦੇ ਹੈਗੇ ਆ। ਇਹ ਕਿੰਨਾ ਕੁ ਖਰਚਾ ਜਿਹੜਾ ਆਪਾਂ ਬੈਠੇ ਆ, ਕਿੰਨਾ ਕੁ ਯਾਰਡ ਆ ਜੀ? ਇਹ ਕਿੱਲੇ ਇਹ 1 ਕਿੱਲੇ ਦਾ ਹੈਗਾ ਜੀ। ਹਾਂਜੀ, 1 ਕਿੱਲੇ ਦਾ? ਹਾਂਜੀ 1 ਕਿੱਲੇ ਦਾ। ਇਹਦੇ ਵਿੱਚ ਕਿੰਨਾ ਕੁ ਪਾਣੀ ਜਿਹੜਾ ਵਾ ਖੜਾ ਹੁੰਦਾ ਵਾ? ਇਹਦੇ 'ਚ ਦੇਖ ਲਓ ਜੀ ਤੁਸੀਂ, ਇਹ 10,000 ਮੀਟਰ ਸਕੁਏਅਰ ਦਾ ਹੁੰਦਾ ਹੈ। ਹਾਂ, 1 ਮੀਟਰ ਸਕੁਏਅਰ 'ਚ ਕਹਿ ਲਓ 1000 ਲੀਟਰ ਪਾਣੀ ਆਉਂਦਾ, ਗੁਣਾ ਕਰ ਲਓ ਜੀ। ਮਤਲਬ ਘੱਟੋ ਘੱਟ ਕਿੱਲੇ ਦਾ ਜਿਹੜਾ ਵਾ ਤਲਾਅ ਤਾਂ ਚਾਹੀਦਾ ਮੱਛੀ। ਹਾਂਜੀ ਹਾਂਜੀ, ਜੇ ਤੁਸੀਂ ਇੱਕ ਵਧੀਆ ਕਹਿੰਦੇ ਹੋ ਲਾਹੇਵੰਦ ਧੰਦਾ ਕਰਨਾ, ਤੇ ਅਸੀਂ ਕਹਿੰਦੇ 1.25 ਏਕੜ ਜ਼ਮੀਨ ਹੋਣੀ ਚਾਹੀਦੀ ਹੈ। ਹਾਂਜੀ, ਜੇ ਕਾਰਪ ਮੱਛੀ ਕਰਨੀ ਹੈਗੀ ਹੈ ਉਹਦੇ ਲਈ ਉਹ ਇਸ ਕਰਕੇ ਕਹਿੰਦੇ ਆ ਕਿ 1 ਏਕੜ 'ਚ ਤੁਸੀਂ ਆਪਣਾ ਉਤਪਾਦਨ ਤਲਾਅ ਬਣਾਵੋ ਜਿੱਥੋਂ ਮੱਛੀ ਪੈਦਾ ਕਰਕੇ ਵੇਚਣੀ ਹੈ, ਤੇ 1-2 ਕਨਾਲ ਦਾ ਜਿਹੜਾ ਹੈਗਾ ਤੁਸੀਂ ਆਪਣਾ ਨਰਸਰੀ ਤਲਾਅ ਬਣਾਵੋ ਜਿਹਦੇ 'ਚ ਤੁਸੀਂ ਆਪਣਾ ਸੀਡ ਬਚਾ ਕੇ ਰੱਖਣਾ। ਜਿਵੇਂ ਜਿਵੇਂ ਮੱਛੀ ਵੇਚੀ ਜਾਓਗੇ ਵੱਡੇ ਤਲਾਅ 'ਚੋਂ, ਉਵੇਂ ਉਵੇਂ ਉੱਥੋਂ ਕੱਢ ਕੇ ਪਾਈ ਜਾਣੀ ਹੈ, ਤਾਂ ਕਿ ਉਹ ਇੱਕ ਕੰਟੀਨਿਊਸ ਸਰਕਲ ਜਿਹੜਾ ਹੈਗਾ ਪੂਰੇ ਸਾਲ ਦਾ ਚੱਲਦਾ ਰਹੇ। ਤੇ ਪਰ ਜੇ ਤੁਸੀਂ ਪੰਗਾਸ ਮੱਛੀ ਪਾਲਣ ਕਰਨੀ ਹੈ ਫਿਰ 1 ਏਕੜ ਬਹੁਤ ਹੈ, ਕਿਉਂਕਿ ਉਹਦਾ ਸੀਡ ਜਿਹੜਾ ਹੈਗਾ ਉਹ ਇੱਥੋਂ ਨਹੀਂ ਮਿਲਦਾ, ਬਾਹਰੋਂ ਮੰਗਾਉਣਾ ਪੈਂਦਾ। ਉਹ ਸਿੱਧੇ ਲਿਆ ਕੇ ਆਪਣੇ ਤਲਾਅ 'ਚ ਪਾ ਲੈਣਾ ਆਪਾਂ, ਜਾਂ ਵੱਡਾ ਕਰਕੇ ਪਾਣਾ, ਫਿਰ ਇੱਕ ਨਰਸਰੀ ਤਲਾਅ ਉਹਦੇ ਲਈ ਵੀ ਚਾਹੀਦਾ। ਝੀਂਗੇ ਲਈ ਤੁਹਾਨੂੰ ਨਰਸਰੀ ਤਲਾਅ ਦੀ ਲੋੜ ਨਹੀਂ ਪੈਂਦੀ, ਉਹ ਸਿੱਧਾ ਹੀ ਲਿਆ ਕੇ ਆਪਾਂ ਆਪਣੇ ਤਲਾਅ 'ਚ ਪਾ ਲੈਣਾ। ਇਸ ਤਰ੍ਹਾਂ ਹੈਗਾ। ਝੀਂਗਾ ਜਿਹੜਾ ਯੂਨੀਵਰਸਿਟੀ ਵੀ ਪ੍ਰੋਵਾਈਡ ਕਰਦੀ ਹੈ ਜੇ ਕੋਈ ਮਤਲਬ? ਨਹੀਂ, ਝੀਂਗਾ ਸਾਡੇ ਇੱਧਰਲੇ ਖੇਤਰ 'ਚ ਨਹੀਂ ਹੋ ਸਕਦਾ, ਬਰੀਡ ਨਹੀਂ ਹੁੰਦਾ ਇੱਥੇ, ਪੈਦਾ ਹੁੰਦਾ, ਲੇਕਿਨ ਇਹਦੀ ਜਿਹੜੀ ਬਰੀਡਿੰਗ ਹੈ, ਇਹਦਾ ਬੱਚਾ ਜਿਹੜਾ ਪੈਦਾ ਹੁੰਦਾ ਉਹ ਸਾਡਾ ਕੋਸਟਲ ਏਰੀਆ 'ਚ ਹੀ ਹੁੰਦਾ, ਕਿਉਂਕਿ ਉਹ ਸਮੁੰਦਰ ਦਾ ਪਾਣੀ ਚਾਹੀਦਾ ਹੁੰਦਾ ਉਹਨੂੰ ਬਰੀਡ ਕਰਨ। ਹਾਂਜੀ, ਉੱਧਰ ਉਹਦੀ ਜਿਹੜੀ ਬਣਤਰ ਹੈ ਉਹ ਬਿਲਕੁਲ ਸਾਡੇ ਖਾਰੇ ਪਾਣੀ ਨਾਲੋਂ ਬਿਲਕੁਲ ਵੱਖਰੀ ਹੈ। ਸੋ ਉਹ ਸਾਨੂੰ ਜ਼ਿਆਦਾਤਰ ਉੱਧਰਲੇ ਪਾਸੇ ਮਿਲਦਾ ਹੈ, ਤਮਿਲਨਾਡੂ ਤੋਂ, ਪੌਂਡੀਚੇਰੀ ਤੋਂ, ਉੱਧਰਲੇ ਸਾਈਡ ਤੋਂ ਸਾਡੇ ਕੋਲ ਆਉਂਦਾ ਸੀਡ ਸਾਰਾ। ਜੀ।
ਮੈਮ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਜਿਹੜੇ ਮੱਛੀ ਪਾਲਣ ਕਰਨਾ ਚਾਹੁੰਦੇ ਆ ਜਾਂ ਇਹਦੇ ਵੱਲ ਨੂੰ ਵਧਣਾ ਚਾਹੁੰਦੇ ਆ ਉਹਨਾਂ ਵਾਸਤੇ 2 ਸ਼ਬਦ। ਹਾਂਜੀ, ਮੈਂ ਇਹ ਕਹਾਂਗੀ ਕਿ ਜਿਹੜਾ ਮੱਛੀ ਪਾਲਣ ਹੈ ਇਹ ਬਹੁਤ ਹੀ ਲਾਹੇਵੰਦ ਧੰਦਾ ਹੈਗਾ। ਜਿਹੜਾ ਵੀ ਕਿਸੇ ਕੋਲ ਆਪਣੀ ਜ਼ਮੀਨ ਆ ਉਹ ਖੇਤੀਬਾੜੀ ਕਰ ਰਿਹਾ ਹੈਗਾ, ਤੇ ਮੈਂ ਤਾਂ ਉਹਨਾਂ ਨੂੰ ਇਹ ਸਿਫਾਰਿਸ਼ ਕਰਾਂਗੀ ਕਿ ਉਹਦੇ ਚੋਂ ਘੱਟੋ ਘੱਟ 20% ਜਿਹੜੀ ਜ਼ਮੀਨ ਹੈਗੀ ਹੈ, ਜੇ ਮੈਂ ਉਦਾਹਰਨ ਦੇ ਤੌਰ ਤੇ ਗੱਲ ਕਰਾਂ, ਜੇ 5 ਕਿੱਲੇ ਜ਼ਮੀਨ ਹੈ ਕਿਸੇ ਕੋਲ, ਤਾਂ 1 ਕਿੱਲੇ ਦੇ ਵਿੱਚੋਂ ਮੱਛੀ ਪਾਲਣ ਜਿਹੜੀ ਹੈਗੀ ਆ ਉਹ ਜ਼ਰੂਰ ਕਰੇ ਜੀ। ਉਹਦੇ ਨਾਲ ਕੀ ਹੁੰਦਾ ਹੈ ਕਿ ਇੱਕ ਇਹੋ ਜਿਹੀ ਫਾਰਮਿੰਗ ਸਿਸਟਮ ਉਹਦੇ ਫਾਰਮ ਤੇ ਆ ਜਾਂਦਾ ਜਿਹੜਾ ਕਿ ਉਹ ਬੜੀ ਆਸਾਨੀ ਨਾਲ ਕਰ ਸਕਦਾ, ਤੇ ਪੂਰਾ ਸਾਲ ਜਿਹੜੀ ਮੱਛੀ ਆ ਉਹਦੇ ਕੋਲ ਉਹ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਉਹਨੂੰ ਵੇਚ ਕੇ ਪੈਸਾ ਕਮਾ ਸਕਦਾ ਹੈ। ਇੱਦਾਂ ਨਹੀਂ ਹੈ ਵੀ ਮੇਰੀ ਕਣਕ ਖੜੀ ਆ ਜਾਂ ਮੇਰਾ ਝੋਨਾ ਖੜਾ ਹੈ, ਇਹ ਪੱਕੇਗਾ ਫਿਰ ਇਹਨੂੰ ਮੈਂ ਲੈ ਕੇ ਜਾਵਾਂਗਾ ਮਾਰਕੀਟ ਦੇ ਵਿੱਚ, ਇਹ ਵਿਕੇਗਾ ਫਿਰ ਮੈਨੂੰ ਪੈਸਾ ਮਿਲੇਗਾ, ਇੱਦਾਂ ਨਹੀਂ ਹੈ। ਮੱਛੀ ਪਾਲਣ ਦੇਖੋ, ਕਾਰਪ ਮੱਛੀ ਤੁਸੀਂ ਪਾਲਦੇ ਹੋ, ਪੂਰਾ ਸਾਲ ਤੁਹਾਡੇ ਕੋਲ ਮੱਛੀ ਦੀ ਫਸਲ ਖੜੀ ਹੈ, ਔਰ ਮੱਛੀ ਦੀ ਮਾਰਕੀਟ ਛੋਟੀ ਮੱਛੀ ਦੀ ਵੀ ਹੈਗੀ ਆ, ਮੀਡੀਅਮ ਸਾਈਜ਼ ਦੀ ਵੀ ਹੈ, ਵੱਡੇ ਦੀ ਵੀ ਹੈਗੀ ਆ। ਸੋ ਤੁਸੀਂ ਲੋੜ ਮੁਤਾਬਿਕ ਇੱਕ ਤਾਂ ਰੈਗੂਲਰ ਇਨਕਮ ਹੋ ਜੂਗੀ ਤੁਹਾਨੂੰ, ਫਿਰ ਤੁਹਾਨੂੰ ਪ੍ਰਤੀ ਏਕੜ ਮੁਨਾਫਾ ਵੀ ਜ਼ਿਆਦਾ ਹੈ ਜੀ। ਠੀਕ ਹੈ। ਫਿਰ ਇੱਕ ਐਨੀਮਲ ਪ੍ਰੋਟੀਨ ਤੁਹਾਨੂੰ ਮਿਲ ਰਿਹਾ, ਉਹ ਤੁਸੀਂ ਖਾਓਗੇ, ਤੁਹਾਡੀ ਆਪਣੀ ਸਿਹਤ ਵਧੀਆ ਰਹੂਗੀ, ਪਰਿਵਾਰ ਦੀ ਸਿਹਤ ਵਧੀਆ ਰਹੂਗੀ। ਇਹਦੀ ਮਾਰਕੀਟਿੰਗ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਝੀਂਗੇ 'ਚ ਤਾਂ ਚਲੋ ਤੁਹਾਨੂੰ ਲੱਗਦਾ ਵੀ ਬੜੀ ਦੂਰੋਂ ਪਾਰਟੀਆਂ ਆਉਂਦੀਆਂ ਕਿਉਂਕਿ ਐਕਸਪੋਰਟ ਹੋਣਾ ਹੁੰਦਾ ਹੈ, ਲੇਕਿਨ ਮੱਛੀ ਦੇ ਵਿੱਚ ਤੁਹਾਨੂੰ ਮਾਰਕੀਟਿੰਗ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਤੁਸੀਂ ਸਿਰਫ ਫਿਸ਼ਿੰਗ ਪਾਰਟੀ ਨੂੰ ਫੋਨ ਕਰਨਾ ਹੈਗਾ, ਉਹਨੇ ਤੁਹਾਡੇ ਤਲਾਅ ਤੋਂ ਆ ਕੇ ਮੱਛੀ ਚੱਕ ਕੇ ਲੈ ਜਾਣੀ ਹੈ। ਤੁਹਾਨੂੰ ਕਿਸੇ ਟਰਾਲੀ 'ਚ ਨਹੀਂ ਲੱਦਣਾ, ਤੁਸੀਂ ਇਹਨੂੰ ਨਾ ਲੈ ਕੇ ਜਾਣਾ, ਨਾ ਉੱਥੇ ਮੰਡੀ 'ਚ ਖੜੇ ਹੋਣਾ, ਉੱਥੇ ਹੀ ਕੈਸ਼ ਉਹਨੇ ਤੁਹਾਨੂੰ ਪੈਸੇ ਦੇ ਜਾਣੇ ਆ। ਸੋ ਮੱਛੀ ਪਾਲਣ ਹੀ ਇੱਕ ਐਸਾ ਮਤਲਬ ਕਹਿ ਲਓ ਚੀਜ਼ ਹੈਗੀ ਹੈ ਜਿੱਥੇ ਤੁਹਾਨੂੰ ਪੈਸਾ ਵੀ ਤੁਹਾਨੂੰ ਫਾਰਮ ਦੇ ਉੱਤੇ ਮਿਲ ਜਾਣਾ। ਲੇਬਰ ਦੀ ਜ਼ਿਆਦਾ ਸਮੱਸਿਆ ਨਹੀਂ ਆਉਂਦੀ, ਆਪੋ ਆਪ ਜਿਹੜਾ ਜਿਹਨੇ ਲੈ ਕੇ ਜਾਣੀ ਆ ਉਹ ਲੈ ਜਾਊਗਾ। ਹਾਂ, ਉਹ ਲੈ ਜਾਊਗਾ, ਤੁਹਾਨੂੰ ਕੋਈ ਉਹਦਾ ਅਰੇਂਜਮੈਂਟ ਕਰਨ ਦੀ ਲੋੜ ਨਹੀਂ। ਫਿਰ ਤੁਸੀਂ ਇੱਕ ਚੀਜ਼ ਹੋਰ ਦੇਖੋ, ਜੇ ਤੁਸੀਂ ਮੱਛੀ ਪਾਲਣ ਕਰ ਰਹੇ ਹੋ ਤੇ ਇੱਕੋ ਹੀ ਬੰਦੇ ਨੇ 1 ਏਕੜ ਵੀ ਦੇਖ ਲੈਣਾ, 2 ਵੀ, 3 ਵੀ, 4, 5 ਏਕੜ ਤੱਕ ਇੱਕ ਬੰਦਾ ਆਰਾਮ ਨਾਲ ਦੇਖ ਸਕਦਾ। ਬਟ ਜੇ ਤੁਸੀਂ ਖੇਤੀਬਾੜੀ ਕਰ ਰਹੇ ਹੋ, ਕੁਝ ਹੋਰ ਕਰ ਰਹੇ ਹੋ, ਜਿਵੇਂ ਜਿਵੇਂ ਪਸ਼ੂ ਵੀ ਵੱਧ ਰਹੇ ਨੇ, ਉਹਨੇ ਜ਼ਿਆਦਾ ਕਾਮੇ ਰੱਖਣੇ ਪੈਂਦੇ ਆ। ਜੇ ਕਿਸੇ ਨੇ ਦੁੱਧ ਵੀ ਚੋਣਾ ਤੇ ਜੇ ਤੁਹਾਡੇ ਕੋਲ 100 ਮੱਝਾਂ ਨੇ ਤੇ ਜ਼ਿਆਦਾ ਬੰਦੇ ਚਾਹੀਦੇ, ਚਾਹੇ ਆਟੋਮੈਟਿਕ ਚਲੋ ਮਸ਼ੀਨਾਂ ਕਿਸੇ ਨੇ ਲਾਈਆਂ ਉਹ ਗੱਲ ਵੱਖਰੀ ਹੈ, ਬਟ ਜੇ ਤੁਹਾਡੇ ਕੋਲ 10, 15, 20 ਮੱਝਾਂ ਨੇ, ਤੁਸੀਂ ਮਸ਼ੀਨਾਂ ਨਹੀਂ ਲਾਈਆਂ, ਪਰ ਫਿਰ ਇੱਕ ਬੰਦਾ ਤਾਂ ਨਹੀਂ ਚੋ ਸਕਦਾ। ਸੋ ਪਰ ਇਦਾਂ ਦੀਆਂ ਕੁਝ ਫਾਇਦੇ ਵੀ ਹੈਗੇ ਆ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਡੇਅਰੀ ਫਾਰਮਿੰਗ ਕਰਨੀ ਬੰਦ ਕਰ ਦੇਣੀ ਜਾਂ ਮੁਰਗੀ ਫਾਰਮਿੰਗ ਹੈ ਨਾ ਇਹ ਪਾਲਣ ਬੰਦ ਕਰ ਦੇਣਾ। ਮੈਂ ਸਿਰਫ ਤੁਹਾਨੂੰ ਗਿਣਾ ਰਹੀ ਹਾਂ ਵੀ ਇਹਦੇ ਐਡੀਸ਼ਨਲ ਕੀ ਫਾਇਦੇ ਨੇ ਸਾਨੂੰ। ਫਿਰ ਇਦਾਂ ਨਹੀਂ ਹੈ ਕਿ ਮੀਂਹ ਪੈ ਗਿਆ ਤੇ ਜੀ ਹਾਂਜੀ ਸਾਡਾ ਫਸਲ ਬਹਿ ਗਈ। ਮੈਂ ਵੀ ਉੱਥੇ ਆ ਰਿਹਾ ਸੀ ਵੀ ਜਿੱਥੇ ਰੱਬੀ ਮਾਰ ਪੈਂਦੀ ਹੈ ਫਸਲਾਂ ਨੂੰ, ਉੱਥੇ ਮੱਛੀ ਪਾਲਣ ਨੂੰ ਵੀ ਕੋਈ ਮਾਰ ਹੈਗੀ ਆ ਜਾਂ ਕਿਸੇ ਪੱਖੋਂ ਮਾਰ ਪੈਂਦੀ ਹੈ? ਨਹੀਂ, ਦੇਖੋ ਜੀ, ਇਹਦੇ ਵਿੱਚ ਇੱਕ ਡਿਜ਼ਾਈਨ ਹੁੰਦਾ ਤਲਾਅ ਦਾ, ਜਿਹਦੇ ਵਿੱਚ ਅਸੀਂ 5-6 ਫੁੱਟ ਪਾਣੀ ਖੜਾ ਕਰਨਾ ਹੁੰਦਾ ਤੇ 2 ਤੋਂ 2.5 ਫੁੱਟ ਖਾਲੀ ਰੱਖਣਾ ਹੁੰਦਾ। ਠੀਕ ਹੈ। ਉਹ 2 ਤੋਂ 2.5 ਫੁੱਟ ਅਸੀਂ ਤਾਂ ਹੀ ਰੱਖਿਆ ਹੁੰਦਾ ਖਾਲੀ ਕਿ ਜੇ ਤੁਸੀਂ ਐਕਸਟਰਾ ਪਾਣੀ ਆ ਰਿਹਾ ਉਹਨੂੰ ਉਹ ਸੋਖ ਸਕੇ। ਉਸ ਤੋਂ ਇਲਾਵਾ ਅਸੀਂ ਇੱਕ ਇਹਦੇ ਵਿੱਚ ਆਊਟਲੈਟ ਪਾਈਪ ਲਾ ਦਈਦੀ ਹੈ ਕਿ ਜੇ ਇਸ ਤੋਂ ਵੱਧ ਪਾਣੀ ਹੋਵੇ ਆਪਣੇ ਆਪ ਹੀ ਬਾਹਰ ਨਿਕਲ ਜਾਵੇ। ਬੰਨ ਜਿਹੜੇ ਜ਼ਮੀਨ ਤੋਂ ਉੱਤੇ ਰੱਖਣੇ ਆ। ਸੋ ਇਹਦੇ ਵਿੱਚ ਇਦਾਂ ਨਹੀਂ ਹੁੰਦਾ ਕਿ ਜੀ ਪਾਣੀ ਮੀਂਹ ਜ਼ਿਆਦਾ ਪੈ ਗਿਆ, ਮੀਂਹ ਦਾ ਪਾਣੀ ਪੈਣ ਕਰਕੇ ਫਸਲ ਖਰਾਬ ਹੋ ਗਈ ਜਾਂ ਬਾਹਰੋਂ ਪਾਣੀ ਰੁੜ ਕੇ ਅੰਦਰ ਆ ਗਿਆ। ਬੰਨ ਅਸੀਂ ਉਸ ਹਿਸਾਬ ਨਾਲ ਬਣਾਉਣੇ। ਸੋ ਸਾਇੰਟੀਫਿਕ ਵੇ ਦੇ ਨਾਲ ਜਿਹੜੀਆਂ ਅਸੀਂ ਡਿਜ਼ਾਈਨਸ ਦਿੰਦੇ ਆ ਪੌਂਡ ਦੇ, ਅਸੀਂ ਉਹਦੇ ਹਿਸਾਬ ਨਾਲ ਹੀ ਫਾਰਮਰ ਨੂੰ ਗਾਈਡ ਕਰੀਦਾ। ਸੋ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ। ਮਤਲਬ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਬਹੁਤ ਹੀ ਸਹਾਇਕ ਧੰਦਾ ਜਿਹੜਾ ਵਾ ਮੱਛੀ ਪਾਲਣ ਅੱਜ ਦੇ ਡੇਟ ਦੇ ਵਿੱਚ ਹੈ। ਹਾਂਜੀ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਸਾਡਾ ਜਿਹੜਾ ਭਵਿੱਖ ਹੈ ਬਹੁਤ ਜ਼ਿਆਦਾ ਉਜਵਲ ਹੈਗਾ। ਮੱਛੀ ਪਾਲਣ ਪੱਖੋਂ ਗੱਲ ਕਰੀਏ ਜਾਂ ਝੀਂਗਾ ਪਾਲਣ ਪੱਖੋਂ ਗੱਲ ਕਰੀਏ, ਬਸ ਮੈਂ ਤਾਂ ਇੱਕ ਇਹ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਾਂਗੀ ਸਾਡੇ ਨੌਜਵਾਨ ਨੂੰ ਕਿ ਉਹ ਇਸ ਫੀਲਡ ਵੱਲ ਵੀ ਅੱਗੇ ਵਧਣ। ਜੇ ਉਹਨਾਂ ਦੇ ਪੁਰਖਾਂ ਨੇ ਖੇਤੀਬਾੜੀ ਨੂੰ ਸੰਭਾਲ ਕੇ ਰੱਖਿਆ ਹੈਗਾ ਤੇ ਉਸ ਖੇਤੀਬਾੜੀ ਨੂੰ ਉਹ ਸਗੋਂ ਅੱਗੇ ਲੈ ਕੇ ਜਾਣ, ਚਾਹੇ ਉਹ ਫਸਲਾਂ ਹੋਣ ਔਰ ਉਹਦੇ ਨਾਲ ਨਾਲ ਸਹਾਇਕ ਧੰਦੇ ਅਪਣਾ ਕੇ। ਠੀਕ ਹੈ ਨਾ। ਸੋ ਉਹ ਜੇ ਇਸ ਤਰ੍ਹਾਂ ਤਰੀਕੇ ਨਾਲ ਚੱਲਣਗੇ ਤਾਂ ਉਹ ਕਦੀ ਵੀ ਉਹਨਾਂ ਨੂੰ ਇਹ ਸੋਚਣ ਦਾ ਮੌਕਾ ਨਹੀਂ ਮਿਲੇਗਾ ਕਿ ਮੈਂ ਇੱਥੇ ਮੈਨੂੰ ਕੋਈ ਫਾਇਦਾ ਨਹੀਂ ਹੈ ਤੇ ਮੈਂ ਬਾਹਰ ਜਾਣਾ ਹੈਗਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੰਨੇ ਤਰ੍ਹਾਂ ਦੇ ਸਾਡੇ ਕੋਲ ਵਿਕਲਪ ਉਪਲਬਧ ਨੇ ਤੇ ਪ੍ਰਤੀ ਏਕੜ ਤੁਸੀਂ ਦੇਖੋ ਕਿੰਨਾ ਜ਼ਿਆਦਾ ਪੈਸਾ ਜੇ ਤਰੀਕੇ ਨਾਲ ਕੀਤਾ ਜਾਵੇ, ਸਾਇੰਟੀਫਿਕ ਵੇ ਦੇ ਨਾਲ ਅਸੀਂ ਉਹਨੂੰ ਕਰੀਏ, ਸਾਡੇ ਤੋਂ ਮਦਦ ਲੈ ਸਕਦੇ ਨੇ। ਔਰ ਜੇ ਉਹ ਸਾਡੀ ਯੂਨੀਵਰਸਿਟੀ 'ਚ ਆ ਕੇ ਸਾਡੇ ਕੋਲੋਂ ਕੋਈ ਤਕਨੀਕੀ ਜਾਣਕਾਰੀ ਲੈਣਾ ਚਾਹੁੰਦੇ ਨੇ, ਟ੍ਰੇਨਿੰਗ ਲੈਣਾ ਚਾਹੁੰਦੇ ਨੇ, ਤਾਂ ਉਹ ਸਾਡੇ ਨਾਲ ਸਾਡੇ ਫ਼ੋਨ ਨੰਬਰ 'ਤੇ ਕੰਟੈਕਟ ਕਰ ਸਕਦੇ ਨੇ। ਸਾਡਾ ਫ਼ੋਨ ਨੰਬਰ ਹੈਗਾ 0161, ਲੁਧਿਆਣੇ ਦਾ ਕੋਡ ਹੈ। ਉਸ ਤੋਂ ਬਾਅਦ ਉਹ ਫ਼ੋਨ ਨੰਬਰ ਡਾਇਲ ਕਰਨਗੇ 241 40 61। ਠੀਕ ਹੈ। ਸਾਡੀ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਵੀ ਜਾ ਸਕਦੇ ਨੇ। ਵੈਬਸਾਈਟ ਹੈਗੀ www.gadwasu.in। ਉੱਥੇ ਜਾ ਕੇ ਵੀ ਉਹ ਫਾਰਮ ਫਿਲ ਕਰ ਸਕਦੇ ਆ। ਸਾਡੇ ਨਾਲ ਫੋਨ 'ਤੇ ਗੱਲ ਕਰ ਸਕਦੇ ਨੇ। ਸਾਡੇ ਕਾਲਜ ਦੇ ਵਿੱਚ ਆ ਕੇ ਸਾਨੂੰ ਪਰਸਨਲੀ ਮਿਲ ਸਕਦੇ ਨੇ। ਸਾਲ 'ਚ 2 ਵਾਰੀ ਅਸੀਂ ਪਸ਼ੂ ਪਾਲਣ ਮੇਲਾ ਲਗਾਉਂਦੇ ਹਾਂ, ਮਾਰਚ ਦੇ ਮਹੀਨੇ ਤੇ ਸਤੰਬਰ ਦੇ। ਉੱਥੇ ਸਾਡਾ ਸਟਾਲ ਲੱਗਾ ਹੁੰਦਾ, ਉੱਥੇ ਆ ਕੇ ਸਾਨੂੰ ਮਿਲ ਸਕਦੇ ਆ। ਸੋ ਤਰੀਕੇ ਬਹੁਤ ਨੇ, ਚਾਹਤ ਹੋਣੀ ਚਾਹੀਦੀ ਹੈ ਨਾ, ਜੇ ਮਨ ਦੇ ਵਿੱਚ ਹੋਵੇ। ਸਾਡੇ ਕੋਲ ਇਹੋ ਜਿਹੇ ਵੀ ਉਦਾਹਰਨ ਨੇ ਜਿਹੜੇ ਲੋਕ ਨੇ ਫਿਸ਼ਰੀਜ਼ ਦੀਆਂ ਡਿਗਰੀਆਂ ਕੀਤੀਆਂ, ਪਹਿਲਾਂ ਇਹ ਸੋਚਿਆ ਕਿ ਨੌਕਰੀਆਂ ਕਰਨੀਆਂ ਨੇ, ਅੱਜ ਕਰੋੜਾਂ ਦਾ ਕਾਰੋਬਾਰ ਵੀ ਕਰ ਰਹੇ ਨੇ। ਠੀਕ ਹੈ। ਸੋ ਅਸੀਂ ਉਹਨਾਂ ਨੂੰ ਵੀ ਬੁਲਾਉਂਦੇ ਰਹਿੰਦੇ ਹਾਂ ਤਾਂ ਕਿ ਉਹ ਸਾਡੇ ਨੌਜਵਾਨ ਨੂੰ ਮੋਟੀਵੇਟ ਕਰਨ, ਦੱਸਣ ਕਿ ਅਸੀਂ ਵੀ ਤੁਹਾਡੇ ਵਰਗੇ ਸਟੂਡੈਂਟ ਸੀਗੇ ਬਟ ਅਸੀਂ ਸਰਕਾਰ ਵੱਲ ਨਹੀਂ ਦੇਖਿਆ,
ਨਾ ਅਸੀਂ ਇਹ ਦੇਖਿਆ ਕਿ ਅਸੀਂ ਆਪਣਾ ਮੁਲਕ ਛੱਡ ਕੇ ਬਾਹਰ ਜਾਣਾ ਹੈਗਾ। ਜੀ। ਅਸੀਂ ਆਪਣੇ ਦਮ ਤੇ ਹੀ ਅੱਜ ਖੜੇ ਆ। ਅੱਜ ਅਸੀਂ ਅੱਗੋਂ ਵੀ 100-200 ਬੰਦੇ ਨੂੰ ਨੌਕਰੀ ਦਿੱਤੀ ਹੋਈ ਹੈ। ਜੀ। ਸੋ ਇਹੋ ਜਿਹਾ ਜਜ਼ਬਾ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈਗਾ ਨੌਜਵਾਨ ਲਈ ਅੱਗੇ। ਜੀ ਮੈਮ, ਅਸੀਂ ਜਿਹੜੇ ਸਾਰੇ ਤਲਾਬ ਵੀ ਦੇਖੇ ਔਰ ਸਟੂਡੈਂਟ ਜੇ ਕਿਤੇ ਅਪਲਾਈ ਕਰਨਾ ਚਾਹਣ ਉਹ ਕਿੱਦਾਂ ਤੁਹਾਡੇ ਤੱਕ ਅਪਰੋਚ ਕਰਨ ਜਾਂ ਕਿੱਦਾਂ ਦਾਖਲਾ ਲੈਣ? ਹਾਂਜੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਾਡੀ ਯੂਨੀਵਰਸਿਟੀ ਦੀ ਵੈਬਸਾਈਟ ਹੈਗੀ ਹੈ www.gadwasu.in। ਜੀ। ਸੋ ਜਿਹੜੇ ਵੀ 10+2 ਮੈਡੀਕਲ ਦੇ ਸਟੂਡੈਂਟਸ ਨੇ, ਆ ਹੁਣੀ ਰਿਜ਼ਲਟ ਉਹਨਾਂ ਦਾ ਆਊਟ ਹੋਇਆ ਹੈਗਾ, ਤੇ ਜਿਹੜੇ ਸਟੂਡੈਂਟਸ ਇੰਟਰਸਟਿਡ ਨੇ ਕਿ ਉਹ ਸਾਡੇ ਇਸ ਫਿਸ਼ਰੀ ਸਾਇੰਸਿਸ ਦੇ ਵਿੱਚ ਆ ਕੇ ਆਪਣੀ ਡਿਗਰੀ ਕਰਨਾ ਚਾਹੁੰਦੇ ਨੇ, ਸੋ ਉਹ ਸਾਡੀ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾ ਕੇ ਉਹ ਜਿਹੜਾ ਪ੍ਰੋਸਪੈਕਟਸ ਹੈਗਾ ਉੱਥੋਂ ਫਾਰਮ ਫਿਲ ਕਰ ਸਕਦੇ ਹੈਗੇ ਆ। ਸੋ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਜਿਹੜੇ ਸਾਡੇ 10+2 ਮੈਡੀਕਲ ਦੇ ਸਟੂਡੈਂਟਸ ਨੇ ਉਹਨਾਂ ਦੀ ਜਿਹੜਾ ਦਾਖਲਾ ਹੋਏਗਾ ਸਾਡੇ ਕਾਲਜ ਦੇ ਵਿੱਚ, ਉਹ ਜਿਹੜਾ ਹੈਗਾ ਬਿਨਾਂ ਟੈਸਟ ਤੋਂ 10+2 ਦੀ ਮੈਰਿਟ ਦੇ ਬੇਸ ਤੇ ਹੋਏਗਾ। ਜੀ। ਸੋ ਇੱਥੇ ਆਉਣ ਸਾਡੇ ਕੋਲ, ਸਾਡੇ ਨਾ ਕੇਵਲ ਪੰਜਾਬ ਤੋਂ ਬਲਕਿ ਜਿਹੜੀ ਬਾਕੀ ਸਟੇਟਾਂ ਦੇ ਬੱਚੇ ਆ ਉਹ ਵੀ ਆ ਕੇ ਸਾਡੇ ਕਾਲਜ ਤੋਂ ਜਿਹੜੀ ਹੈ ਇਹ ਡਿਗਰੀ ਪ੍ਰੋਗਰਾਮ ਕਰ ਸਕਦੇ ਆ। ਸੋ ਆਉਣ ਵਾਲੇ ਜਿਹੜੇ 10 ਦਿਨ ਹੈਗੇ ਇਹਦੇ ਦੌਰਾਨ ਮੈਂ ਸਾਰਿਆਂ ਨੂੰ ਇਹ ਆਪਣੇ ਵੱਲੋਂ ਰਿਕੁਐਸਟ ਕਰਾਂਗੀ ਕਿ ਉਹ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾਣ। ਸਾਡਾ ਜਿਹੜਾ ਪ੍ਰੋਸਪੈਕਟਸ ਹੈ ਬਹੁਤ ਜਲਦ ਜਿਹੜਾ ਹੈ ਅਪਲੋਡ ਹੋਣ ਵਾਲਾ ਹੈ। ਉਹਦੇ ਵਿੱਚ ਹੀ ਸਾਰੀਆਂ ਤਰੀਕਾਂ ਦਿੱਤੀਆਂ ਗਈਆਂ ਹੋਣਗੀਆਂ ਕਿ ਪਹਿਲੀ ਕਾਉਂਸਲਿੰਗ ਕਦੋਂ ਹੋਣੀ ਹੈ, ਦੂਸਰੀ ਤੇ ਤੀਸਰੀ ਕਦੋਂ ਹੋਣੀ ਹੈ, ਤੇ ਫਾਰਮ ਕਿੱਦਾਂ ਫਿਲ ਕਰਨਾ ਹੈ, ਕੀ ਫੀਸ ਸਟਰਕਚਰ ਹੈਗੀ ਹੈ। ਸੋ ਉਹਦੇ ਥਰੂ ਜਿਹੜਾ ਹੈਗਾ ਉਹ ਸਾਡੇ ਕਾਲਜ ਵਿੱਚ ਦਾਖਲਾ ਲੈਣ ਲਈ ਜਿਹੜਾ ਹੈ ਉਹ ਅਪਲਾਈ ਕਰ ਸਕਦੇ ਆ। ਬਹੁਤ ਸਾਰੀਆਂ ਗੱਲਾਂ ਮੈਮ, ਧੰਨਵਾਦ ਜੀ ਸਾਡੇ ਨਾਲ ਗੱਲਾਂ ਸ਼ੇਅਰ ਕਰਨ ਲਈ। ਮੈਨੂੰ ਲੱਗਦਾ ਵੀ ਇਹ ਅੱਜ ਦਾ ਐਪੀਸੋਡ ਜਿਹੜਾ ਵਾ ਉਹਨਾਂ ਲੋਕਾਂ ਨੂੰ ਬਹੁਤ ਪਸੰਦ ਆਏਗਾ ਜਿਹੜੇ ਖੇਤੀਬਾੜੀ ਦੇ ਨਾਲ ਨਾਲ ਹੋਰ ਸਹਾਇਕ ਧੰਦੇ ਜਿਹੜੇ ਅਪਣਾਉਣਾ ਚਾਹੁੰਦੇ ਆ, ਜਿਨ੍ਹਾਂ ਦੇ ਵਿੱਚੋਂ ਮੱਛੀ ਪਾਲਣ ਨੂੰ ਲੈ ਕੇ ਅੱਜ ਮੈਮ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਕਿੰਨਾ ਕੁ ਸਹਾਇਕ ਧੰਦਾ ਇਹ, ਕਿੰਨੀ ਕੁ ਕਮਾਈ ਜਿਹੜੀ ਹੈ ਇਹਦੇ ਵਿੱਚੋਂ ਇਹ ਕਰ ਸਕਦੇ ਹਾਂ ਅਸੀਂ। ਮੈਨੂੰ ਲੱਗਦਾ ਅੱਜ ਦਾ ਐਪੀਸੋਡ ਇੰਨੇ ਨਾਲ ਖ਼ਤਮ ਕਰਦੇ ਹਾਂ। ਮਨਜੋਤ ਮਾਜਰਾ ਨੂੰ ਦਿਓ ਵਿਦਾ। ਕੈਮਰਾਮੈਨ ਅਮਿਤ ਕੁਮਾਰ ਦੇ ਨਾਲ, ਧੰਨਵਾਦ।